ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਹਰ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਜੀਵਨ ਕਣ ਵਿਨਾਸ਼ਨ ਹੋਏ, ਸਭ ਤੇਰੇ ਦਿਲ ਦ੍ਰਿੜ ਜੋਏ। ਜੀਵਨ ਕਣ ਵਿਨਾਸ਼ਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਲਗਾਤਾਰ ਪ੍ਰਵਾਹ ਚੱਲਿਆ। ਗੁਰੂ ਦੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਧੁਰ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਔਰ ਕਥਾ ਦੀ ਆਰੰਭਤਾ ਤੋਂ ਪਹਿਲਾਂ ਜੋ ਰਾਗੀ ਜਥੇ ਨੇ ਕੀਰਤਨ ਦੀ ਸਮਾਪਤੀ ਕਰਦਿਆਂ ਹੋਇਆਂ ਬਸੰਤ ਰਾਗ ਦੀ ਵਾਰ ਦਾ ਕੀਰਤਨ ਕੀਤਾ ਹੈ, ਪੌੜੀ ਪੜ੍ਹੀ ਹੈ, ਜੋ 3 ਪੌੜੀਆਂ 3 ਸ਼ਬਦ ਹਨ ਬਸੰਤ ਰਾਗ ਦੀ ਵਾਰ ਦੇ। ਔਰ ਵਿੱਚ ਭਾਈ ਸਾਹਿਬ ਜੀ ਨੇ ਸ਼ਲੋਕ ਵੀ ਪੜ੍ਹੇ ਹਨ, ਜਿਵੇਂ ਸੁਖਮਨੀ ਸਾਹਿਬ ਦਾ ਸ਼ਲੋਕ ਦਾ ਵੀ ਉਹਨਾਂ ਨੇ ਗਾਇਨ ਕੀਤਾ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਇਹ ਪਾਵਨ ਸ਼ਲੋਕ ਵੀ ਪੜ੍ਹਿਆ ਹੈ।
ਜਿਸ ਦਾ ਭਾਵ ਹੈ ਸਾਧ ਸੰਗਤ ਜੀ, ਜੋ ਮਸਕੀਨੀ ਧਾਰਨ ਕਰਦਾ ਹੈ, ਨਿਮਰਤਾ ਧਾਰਨ ਕਰਦਾ ਹੈ, ਉਹ ਸੁਖੀ ਵਸਦਾ ਹੈ। ਜੋ ਹੰਕਾਰ ਕਰਦਾ ਹੈ, ਹੰਕਾਰੀ ਨੂੰ ਉਹਦਾ ਹੰਕਾਰ ਹੀ ਗਾਲ ਦਿੰਦਾ ਹੈ। ਸੁਖੀ ਬਸੈ ਮਸਕੀਨੀਆਂ, ਮਸਕੀਨੀ ਨਾਮ ਨਿਮਰਤਾ ਦਾ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਜਿਨੇ ਆਪਾ ਭਾਵ ਨਿਵਾਰ ਕੇ ਹੰਕਾਰ ਨਿਵਰਤ ਕਰਕੇ ਤਲੇ ਨੀਵਾਂ ਹੋਣਾ ਕੀਤਾ। ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਵੱਡੇ ਵੱਡੇ ਹੰਕਾਰੀ ਮਾਰੇ ਕਹਿੰਦੇ ਹੰਕਾਰੀ ਤਾਂ ਗਰਭ ਵਿੱਚ ਹੀ ਗਲ ਗਏ, ਹੰਕਾਰ ਵਿੱਚ ਹੀ ਗਲ ਗਏ। ਹੰਕਾਰ ਨੇ ਹੀ ਉਹਨਾਂ ਨੂੰ ਗਾਲ ਦਿੱਤਾ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਨੂੰ ਇਹ ਵੱਡਾ ਭਾਰੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਭਾਈ ਹੰਕਾਰ ਨਹੀਂ ਕਰਨਾ ਚਾਹੀਦਾ। ਭਗਤ ਰਸਨਾ ਦੁਆਰਾ ਵੀ ਬਚਨ ਹੈ, ਕਬੀਰ ਗਰਬ ਨਾ ਕੀਜੀਐ, ਹੰਕਾਰ ਨਹੀਂ ਕਰਨਾ ਚਾਹੀਦਾ। ਚਾਮ ਲਪੇਟੇ ਹਾੜ, ਕਈ ਵਾਰੀ ਬੰਦਾ ਸਰੀਰ ਦਾ ਹੰਕਾਰ ਵੀ ਕਰਨ ਲੱਗ ਪੈਂਦਾ। ਗੋਰਾ ਚਿੱਟਾ ਚੰਮ ਹੋਵੇ ਉਹਦਾ ਹੰਕਾਰ ਵੀ ਹੋ ਜਾਂਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਹੱਡਾਂ ਉੱਤੇ ਚੰਮ ਹੀ ਲਪੇਟਿਆ ਹੋਇਆ, ਹੋਰ ਕੀ ਹੈ, ਵਿੱਚ ਤੇ ਹੱਡੀਆਂ ਦੀ ਮੁੱਠੀ ਆ, ਬਾਅਦ ਵਿੱਚ ਇੱਕ ਗੁਥਲੀ ਵਿੱਚ ਹੀ ਪੈ ਜਾਂਦੀਆਂ ਸਾਰੀਆਂ। ਕਬੀਰ ਗਰਬ ਨਾ ਕੀਜੀਐ, ਚਾਮ ਲਪੇਟੇ ਹਾੜ, ਬਾਣੀ ਦਾ ਬਚਨ ਹੈ ਵਰੇ ਉੱਪਰ ਛਤਰ ਤਾਰ ਤੇ ਫੁਨ ਧਰਨੀ ਗਾਡ। ਜਿਹੜੇ ਵਧੀਆ ਨਸਲ ਦੇ ਘੋੜਿਆਂ ਉੱਤੇ ਸਵਾਰੀ ਕਰਨ ਵਾਲੇ ਤੇ ਛਤਰਾਂ ਦੇ ਥੱਲੇ ਰਹਿਣ ਵਾਲੇ, ਉਹ ਵੀ ਧਰਤੀ 'ਚ ਗੱਡੇ ਗਏ। ਉਦੋਂ ਕਾਰਾਂ ਨਹੀਂ ਸੀ ਹੁੰਦੀਆਂ, ਨਹੀਂ ਤੇ ਭਗਤ ਜੀ ਨੇ ਕਹਿਣਾ ਸੀ ਜਿਹੜੇ ਕਾਰਾਂ ਤੇ ਚੜ੍ਹਨ ਵਾਲੇ ਉਹ ਵੀ ਉਦੋਂ ਘੋੜੇ ਹੀ ਹੁੰਦੇ ਸੀ। ਜਦੋਂ ਬਾਣੀ ਨੂੰ ਕਿਹਾ ਕਿ ਜਿਹੜੀਆਂ ਵਧੀਆ ਸਵਾਰੀਆਂ ਕਰਨ ਵਾਲੇ ਉਹ ਧਰਤੀ ਦੇ ਥੱਲੇ ਗੱਡੇ ਗਏ, ਭਾਵ ਉਹ ਕਬਰਾਂ ਵਿੱਚ ਪੈ ਗਏ। ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ। ਕਈ ਵਾਰੀ ਉੱਚੇ ਘਰ ਦਾ ਵੀ ਹੰਕਾਰ ਕਰਨ ਲੱਗ ਪੈਂਦਾ, ਮੇਰੀ ਵੱਡੀ ਕੋਠੀ, ਮੇਰਾ ਵੱਡਾ ਘਰ। ਭਗਤ ਜੀ ਨੇ ਆਖਿਆ ਉੱਚੇ ਘਰ ਦਾ ਵੀ ਹੰਕਾਰ ਨਾ ਕਰ। ਆਜ ਕਾਲ ਭੋਏ ਲੇਟਣਾ, ਉੱਪਰ ਜਾਮੇ ਘਾਸ। ਅੱਜ ਕੱਲ ਹੀ ਭੋਂ ਤੇ ਲੇਟ ਜਾਣਾ, ਉੱਤੇ ਘਾਹ ਜੰਮਣਾ, ਘਾਹ ਪੈਦਾ ਹੋਣਾ। ਮੈਂ ਜਿੱਥੇ ਅੰਤਮ ਸੰਸਕਾਰ ਹੁੰਦਾ ਉੱਥੇ ਘਾਹ ਵੀ ਪੈਦਾ ਹੋਈ ਜਾਂਦਾ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ। ਆਪਣੀ ਅਮੀਰੀ ਦਾ ਹੰਕਾਰ ਕਰਦਾ ਹੈ ਤੇ ਗਰੀਬ ਨੂੰ ਮਖੌਲ ਕਰਦਾ। ਭਗਤ ਕਬੀਰ ਸਾਹਿਬ ਕਹਿੰਦੇ ਕਿਸੇ ਰੰਕ ਨੂੰ, ਗਰੀਬ ਨੂੰ ਵੇਖ ਕਰਕੇ ਜਿਹੜਾ ਤੇਰੇ ਨਾਲੋਂ ਧਨ ਦੌਲਤ ਵਿੱਚ ਨੀਵਾਂ ਹੈ। ਗਰੀਬੀ ਕਈ ਤਰ੍ਹਾਂ ਦੀ ਹੈ ਤੇ ਅਮੀਰੀ ਵੀ ਕਈ ਤਰ੍ਹਾਂ ਦੀ ਹੈ। ਰੁਪਈਆਂ ਦੀ ਅਮੀਰੀ ਵੀ ਹੈ, ਜ਼ਮੀਨ ਜਾਇਦਾਦ ਦੀ ਅਮੀਰੀ ਹੈ, ਔਰ ਉੱਥੇ ਬੁੱਧੀ ਦੀ, ਗਿਆਨ ਦੀ ਅਮੀਰੀ ਵੀ ਹੁੰਦੀ ਹੈ, ਸੁੰਦਰਤਾ ਦੀ ਅਮੀਰੀ ਵੀ ਹੈ, ਕਈ ਤਰ੍ਹਾਂ ਦੀ ਅਮੀਰੀ ਹੈ। ਆਪਣੀ ਅਮੀਰੀ ਦਾ ਹੰਕਾਰ ਕਰਕੇ ਜਿਹੜਾ ਤੇਰੇ ਤੋਂ ਛੋਟਾ ਹੈ, ਗੁਣਾਂ ਵਿੱਚ ਘੱਟ ਹੈ, ਬੁੱਧੀ ਗਿਆਨ ਵਿੱਚ ਘੱਟ ਹੈ, ਜ਼ਮੀਨ ਜਾਇਦਾਦ ਵਿੱਚ ਘੱਟ ਹੈ, ਦੌਲਤ ਵਿੱਚ ਨੀਵਾਂ ਹੈ, ਉਹਨੂੰ ਮਖੌਲ ਨਾ ਕਰ ਤੇ ਹੰਕਾਰ ਨਾ ਕਰ। ਕਬੀਰ ਗਰਬ ਨਾ ਕੀਜੀਐ, ਰੰਕ ਨਾ ਹੱਸੀਐ ਕੋਏ। ਅਜੋ ਸੋ ਨਾਉ ਸਮੁੰਦਰ ਮਹਿ, ਕਿਆ ਜਾਨੋ ਕਿਆ ਹੋਏ। ਹਾਲੇ ਤੇ ਤੇਰੀ ਜੀਵਨ ਦੀ ਬੇੜੀ ਸੰਸਾਰ ਸਮੁੰਦਰ ਜੀਆ, ਹਾਲੇ ਤੂੰ ਕੰਢੇ ਨਹੀਂ ਲੱਗ ਗਿਆ। ਪਤਾ ਨਹੀਂ ਪਾਰ ਲੱਗਣੀ ਕਿ ਨਹੀਂ ਲੱਗਣੀ, ਪਤਾ ਨਹੀਂ ਘੁੰਮਣ ਘੇਰੀ 'ਚ ਪੈ ਕੇ ਵਿੱਚੇ ਡੁੱਬ ਜਾਣਾ। ਜਿਹਨੂੰ ਅੱਜ ਗਰੀਬ ਕਹਿ ਰਿਹਾ, ਪਤਾ ਨਹੀਂ ਕੱਲ ਨੂੰ ਉਹਨੇ ਅਮੀਰ ਹੋ ਜਾਣਾ ਤੇ ਤੂੰ ਗਰੀਬ ਬਣ ਜਾਣਾ। ਹੰਕਾਰ ਨਾ ਕਰ। ਕਬੀਰ ਗਰਬ ਨਾ ਕੀਜੀਐ, ਦੇਹੀ ਦੇਖ ਸੁਰੰਗ। ਆਪਣੀ ਦੇਹੀ ਨੂੰ ਸੋਹਣੀ ਵੇਖ ਕਰਕੇ, ਸੋਹਣੇ ਰੰਗੀ ਵੇਖ ਕਰਕੇ ਇਹਦਾ ਦੇਹ ਦਾ ਹੰਕਾਰ ਵੀ ਨਾ ਕਰ। ਆਜ ਕਾਲ ਤਜ ਜਾਹੋਗੇ, ਜਿਉ ਕਾਂਚੁਰੀ ਭੁਯੰਗ। ਅੱਜ ਜਾਂ ਕੱਲ ਨੂੰ ਇੱਕ ਦਿਨ ਛੱਡ ਕੇ ਤਾਂ ਚਲੇ ਹੀ ਜਾਣਾ, ਤੇ ਛੱਡ ਕੇ ਇੰਜ ਜਾਣਾ ਜਿਵੇਂ ਸੱਪ ਕੁੰਜ ਲਾ ਕੇ ਚਲੇ ਜਾਂਦਾ। ਕਾਂਚੁਰੀ ਕੁੰਜ, ਭੁਯੰਗ ਸੱਪ। ਜਿਵੇਂ ਸੱਪ ਕੁੰਜ ਨੂੰ ਲਾ ਕਰਕੇ ਨਿਕਲ ਜਾਂਦਾ, ਕੁੰਜ ਪਈ ਰਹਿੰਦੀ, ਸੱਪ ਗਾਂਹ ਜਾਂਦਾ। ਤੇਰੀ ਦੇਹ ਪਈ ਰਹਿਣੀ ਆ, ਰੂਹ ਨੇ ਵਿੱਚੋਂ ਨਿਕਲ ਜਾਣਾ। ਇਸ ਦੇਹ ਦਾ ਕਾਹਦਾ ਮਾਣ ਕਰਦਾ? ਇਸ ਦੇਹ ਨੂੰ ਸਫਲ ਕਰਨ ਵਾਸਤੇ ਸਤ ਸੰਗਤ ਕਰ, ਸਫਲ ਕਰਨ ਵਾਸਤੇ ਸੇਵਾ ਸਿਮਰਨ ਕਰ। ਤਾਂ ਭਾਈ ਸਾਹਿਬ ਜੀ ਇਹ ਪਵਿੱਤਰ ਸ਼ਲੋਕ ਪੜ੍ਹ ਰਹੇ ਸਨ ਕੀਰਤਨ ਦੇ ਵਿੱਚ। ਸੁਖੀ ਬਸੈ ਮਸਕੀਨੀਆਂ,
ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਤੋ ਲੜੀਵਾਰ ਰੂਪ ਦੇ ਵਿੱਚ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚੇ ਹੋਏ ਤੇ ਉੱਥੋਂ ਦੇ ਡੱਲੇ ਚੌਧਰੀ ਨੇ ਮਹਾਰਾਜ ਨੂੰ ਬੇਨਤੀ ਕੀਤੀ, ਅਗਲਵਾਂਢੀ ਆ ਕਰਕੇ ਆਦਰ ਮਾਣ ਕੀਤਾ ਤੇ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਕਿਲੇ ਵਿੱਚ ਨਿਵਾਸ ਕਰੋ। ਸਤਿਗੁਰੂ ਕਹਿੰਦੇ ਨਹੀਂ, ਕਿਲੇ ਤੋਂ ਬਾਰ-ਬਾਰ ਹੀ ਪੜਾ ਕਰਾਂਗੇ, ਬਾਰ-ਬਾਰ ਹੀ ਚੰਗਾ। ਤੇ ਕਿਲੇ ਤੋਂ ਬਾਰ-ਬਾਰ ਹੀ ਮਹਾਰਾਜ ਸਾਹਿਬ ਜੀ ਦੀ ਫੌਜ ਨੇ ਘੋੜੇ ਬੰਨ੍ਹ ਦਿੱਤੇ, ਇੰਗਲੈਂਡ ਦੇ ਵਿੱਚ ਤੰਬੂ ਲੱਗ ਗਏ ਤੇ ਡੱਲੇ ਨੇ ਬੇਨਤੀ ਕਰਕੇ ਮਹਾਰਾਜ ਲੰਗਰ ਅੰਦਰਵਾਰ ਤਿਆਰ ਕੀਤਾ ਜਾਵੇ। ਲੰਗਰ ਅੰਦਰਵਾਰ ਤਿਆਰ ਕੀਤਾ। ਗੁਰੂ ਸਾਹਿਬ ਜੀ ਦਾ ਆਸਣ ਵੀ ਬਾਰ-ਬਾਰ ਲੱਗਾ, ਸਾਰੀ ਫੌਜ ਦਾ ਆਸਣ ਵੀ ਕਿਲੇ ਤੋਂ ਬਾਰ-ਬਾਰ ਲੱਗਾ। ਇੱਥੇ ਫਿਰ ਸਤਿਗੁਰੂ ਜੀ ਦੇ ਮਹਿਲ ਆਏ, ਗੁਰੂ ਦੀਆਂ ਧਰਮ ਪਤਨੀਆਂ, ਸਾਡੇ ਸਤਿਕਾਰਯੋਗ ਪੂਜਨੀਕ ਮਾਤਾ ਜੀ, ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਸਾਬੋ ਕੀ ਤਲਵੰਡੀ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ। ਵੇਖਿਆ ਬਾਕੀ ਸਾਰੀ ਸੰਗਤ ਹੈ, ਚੌਹਾਂ ਸਾਹਿਬਜ਼ਾਦਿਆਂ ਵਿੱਚੋਂ ਇੱਕ ਵੀ ਸਾਹਿਬਜ਼ਾਦਾ ਨਹੀਂ ਹੈ। ਖਬਰਾਂ ਤਾਂ ਪਹਿਲਾਂ ਹੀ ਮਿਲ ਚੁੱਕੀਆਂ ਸੀ ਕਿ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਾਤਾ ਸੁੰਦਰ ਕੌਰ ਜੀ ਬਹੁਤਾ ਵੈਰਾਗ ਕਰਦੇ ਹਨ, ਮਾਤਾ ਸਾਹਿਬ ਕੌਰ ਜੀ ਵੀ ਹਨ। ਫਿਰ ਉਸ ਮੌਕੇ ਤੇ ਸਤਿਗੁਰੂ ਜੀ ਨੇ ਆਖਿਆ ਵੀ ਤੁਸੀਂ ਤੇ ਸੂਰਬੀਰਾਂ ਦੀਆਂ ਮਾਤਾ ਹੋ। ਮਾਤਾ ਸੁੰਦਰ ਕੌਰ ਜੀ ਨੂੰ ਆਖਿਆ ਤੁਹਾਡੇ ਸਾਹਿਬਜ਼ਾਦਿਆਂ ਨੇ ਤਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹ ਤਾਂ ਸੱਚਖੰਡ ਵਿੱਚ ਗਏ ਆ। ਇਸ ਕਰਕੇ ਸੂਰਬੀਰਾਂ ਦੀਆਂ ਮਾਈਆਂ ਵਿਰਾਗ ਨਹੀਂ ਕਰਦੀਆਂ, ਇਸ ਤਰ੍ਹਾਂ ਸ਼ੋਕ ਨਹੀਂ ਕਰਦੀਆਂ। ਤੁਸੀਂ ਚੜ੍ਹਦੀ ਕਲਾ ਵਿੱਚ ਰਹੋ। ਔਰ ਉਹਨਾਂ ਨੇ ਤਾਂ ਮਹਾਨ ਪਵਿੱਤਰ ਉੱਚੀ ਪਦਵੀ ਪ੍ਰਾਪਤ ਕੀਤੀ ਹੈ ਤੇ ਸਦਾ ਵਾਸਤੇ ਅਖੰਡ ਜਸ, ਇੱਕ ਰਚ ਜਸ ਰਹਿੰਦੀ ਦੁਨੀਆ ਦੀ ਕਿ ਤੁਹਾਡੇ ਪੁੱਤਰਾਂ ਦਾ ਹੋਣਾ ਸੰਸਾਰ ਦੇ ਵਿੱਚ ਸਦਾ ਵਾਸਤੇ। ਫਿਰ ਮਹਾਰਾਜ ਨੇ ਉਪਦੇਸ਼ ਵੀ ਬਖਸ਼ਿਆ। ਕਹਿਣ ਲੱਗੇ ਦੂਸਰਾ ਪੱਖ ਇਹ ਹੈ, ਸਰੀਰ ਤਾਂ ਕਿਸੇ ਦਾ ਵੀ ਸਦਾ ਨਹੀਂ ਰਹਿੰਦਾ। ਸਰੀਰ ਤੇ ਨਾਸਵਾਨ ਹੈ, ਤਾਂ ਪ੍ਰਣਮ ਭਾਵ ਨੂੰ ਪ੍ਰਾਪਤ ਹੋਣ ਵਾਲਾ ਹੈ। ਜਗਤ ਇਹਦਾ ਨਾਮ ਹੈ, ਇਹ ਬਦਲਣ ਵਾਲਾ ਹੈ। ਸਰੀਰ ਇੱਕ ਇੱਕ ਛਿਣ ਵਿੱਚ ਬਦਲਦਾ ਜਾਂਦਾ। ਜਨਮ ਹੈ, ਬਚਪਨ ਹੈ, ਜਵਾਨੀ ਹੈ, ਢਲਦੀ ਜਵਾਨੀ ਹੈ, ਬਿਰਧ ਅਵਸਥਾ ਹੈ, ਮੌਤ ਹੈ। ਮਹਾਰਾਜ ਕਹਿੰਦੇ ਇਹ ਤਾਂ ਬਦਲਣ ਵਾਲਾ ਹੈ ਸਰੀਰ। ਐਸਾ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਆ। ਤਾਂ ਇਹ ਵੀ ਇੱਥੇ ਬਚਨ ਕਹੇ ਸਨ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਕਈ ਹਜ਼ਾਰਾਂ ਇਹ ਸਾਡੇ ਸਾਹਿਬਜ਼ਾਦੇ ਹਨ। ਐਸਾ ਵੀ ਆਉਂਦਾ ਜੀਵਤ ਲੱਖ ਹਜ਼ਾਰੇ, ਲੱਖਾਂ ਹਜ਼ਾਰਾਂ। ਇਹ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਹੀ ਹਨ। ਤਾਂ ਜਿਵੇਂ ਆਪਣੇ ਮਹਿਲਾਂ ਨੂੰ, ਆਪਣੇ ਧਰਮ ਪਤਨੀਆਂ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬੋ ਕੀ ਤਲਵੰਡੀ ਉਪਦੇਸ਼ ਦੇ ਰਹੇ ਆ, ਭਾਵੇਂ ਆਪਣੇ ਮਹਿਲਾਂ ਨੂੰ ਉਪਦੇਸ਼ ਬਖਸ਼ ਰਹੇ ਆ, ਪਰ ਸਾਰਿਆਂ ਗੁਰਸਿੱਖਾਂ ਨੂੰ ਉਪਦੇਸ਼ ਹੈ। ਇਸ ਬਹਾਨੇ ਨਾਲ ਸਾਨੂੰ ਵੀ ਇਹ ਉਪਦੇਸ਼ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਲਗੀਧਰ ਪਾਤਸ਼ਾਹ ਕਹਿੰਦੇ ਹਨ ਆਪਣੇ ਮਹਿਲਾ ਨੂੰ ਸੰਬੋਧਨ ਹੋ ਕੇ ਕਿ ਇਹ ਤਨ ਜਿਹੜਾ ਫਿਰ ਢਲਦੀ ਜਵਾਨੀ ਤੋਂ ਬਾਅਦ ਜੀਰਨ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਪੁਰਾਣਾ ਹੋ ਜਾਂਦਾ। ਕਦੀ ਬਚਪਨਾ ਆਇਆ, ਕਦੀ ਜਵਾਨੀ ਆਈ, ਕਦੀ ਢਲਦੀ ਜਵਾਨੀ ਆਈ, ਕਦੇ ਕਾਲੇ ਕੇਸ ਸੀ, ਕਦੇ ਫਿਰ ਸਫੈਦ ਹੋ ਗਏ, ਚਿੱਟੇ ਹੋ ਗਏ, ਜੀਰਨ ਪੁਰਾਣਾ ਹੋ ਗਿਆ ਸਰੀਰ ਤੇ ਫਿਰ ਵਿਨਾਸੀ, ਫਿਰ ਵਿਨਾਸ਼ ਹੋ ਜਾਂਦਾ, ਸਰੀਰ ਸਮਾਪਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਗੱਲ ਸਾਰਿਆਂ ਦੇ ਹਿਰਦੇ ਵਿੱਚ ਬਿਦਤ ਹੈ, ਪ੍ਰਗਟ ਹੈ। ਸਾਰੇ ਜਾਣਦੇ ਕਿ ਸਾਰਿਆਂ ਸਰੀਰਾਂ ਤੇ ਇਹ ਅਵਸਥਾਵਾਂ ਆਉਂਦੀਆਂ। ਬਾਰੀ ਤੌਰ ਤੇ ਇਸ ਤਰ੍ਹਾਂ ਸਰੀਰ ਪੈਦਾ ਹੁੰਦਾ ਹੈ, ਬਚਪਨ ਆਉਂਦਾ, ਜਵਾਨੀ ਆਉਂਦੀ, ਢਲਦੀ ਜਵਾਨੀ, ਬਿਰਧ ਅਵਸਥਾ, ਪੁਰਾਣਾ ਹੋ ਗਿਆ ਸਰੀਰ, ਕਮਜ਼ੋਰ ਹੋ ਗਿਆ, ਸਮਾਪਤ ਹੋ ਗਿਆ।
ਦ੍ਰਿਗ ਜੋਏ, ਤੇ ਫਿਰ ਅੱਖਾਂ ਨਾਲ ਵੀ ਆਪਾਂ ਵੇਖਦੇ ਹਾਂ। ਦ੍ਰਿਗ ਨਾਮ ਹੈ ਅੱਖਾਂ ਦਾ। ਮਹਾਰਾਜ ਕਹਿੰਦੇ ਅੱਖਾਂ ਨਾਲ ਆਪਾਂ ਵੇਖਦੇ ਹਾਂ ਵੀ ਵੇਖ ਸੰਸਾਰ ਦੇ ਵਿੱਚੋਂ ਕਿੰਨੇ ਸਰੀਰ ਜਿਹੜੇ ਉਹ ਤੁਰੇ ਜਾ ਰਹੇ, ਆਪਣੇ ਵੱਡੇ ਵਡੇਰੇ ਵੀ ਚਲੇ ਗਏ, ਜਿਸ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਇਸ ਤਰ੍ਹਾਂ ਕਥਨ ਕੀਤਾ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਵੇ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਹੋਏ। ਤੇਰੇ ਕੋਲੋਂ ਚਲੇ ਗਏ ਪਰ ਤੈਨੂੰ ਹਾਲੇ ਭਰੋਸਾ ਨਹੀਂ ਆਇਆ ਵੀ ਜਿਸ ਆਸਣ ਤੇ ਤੂੰ ਬੈਠਾ ਇੱਥੇ ਕਈ ਬਹਿ ਬਹਿ ਕੇ ਚਲੇ ਗਏ, ਤੂੰ ਵੀ ਚਲੇ ਜਾਣਾ ਇੱਕ ਦਿਨ। ਇਸ ਨੂੰ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਵੀ ਆਖਿਆ ਹੈ, ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗੇ ਜਿਉ ਕਾਗਦ ਮੂੰਦਾਰ, ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ ਤਾਜ ਗਏ ਘਰ ਬਾਰ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ। ਦ੍ਰਿਗ ਜੋਏ, ਮਹਾਰਾਜ ਕਹਿੰਦੇ ਜਿੰਨਾ ਕੁਝ ਅੱਖਾਂ ਨਾਲ ਵੇਖ ਰਹੇ ਆ ਇਹ ਨਾਸਵਾਨ ਹੈ, ਨਾਸ ਹੋ ਜਾਣ ਵਾਲਾ ਹੈ। ਦ੍ਰਿਸ਼ਟਮਾਨ ਜੋ ਦ੍ਰਿਸ਼ਟੀ ਗੋਚਰ ਹੋ ਰਿਹਾ, ਇਹ ਵੇਖਣ ਵਾਲੀਆਂ ਅੱਖਾਂ ਵੀ ਨਹੀਂ ਰਹਿਣੀਆਂ ਤੇ ਅੱਖਾਂ ਨਾਲ ਜੋ ਕੁਝ ਵੇਖਣਾ ਇਹ ਵੀ ਕੁਝ ਨਹੀਂ ਰਹਿਣਾ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਸਭ ਕੁਝ ਮਿਥਿਆ ਹੈ, ਨਾਸ ਹੋ ਜਾਣ ਵਾਲਾ। ਦ੍ਰਿਸ਼ਟਮਾਨ ਸਭ ਬਿਨਸੀਆ ਕਿਆ ਲੱਗੈ ਗਵਾਰ, ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਆਪਣੀਆਂ ਅੱਖਾਂ ਖੋਲ ਕੇ ਵੇਖ ਕਿੰਨੇ ਭਰਾ ਮਿੱਤਰ ਸੱਜਣ ਕਿੰਨੇ ਸੰਸਾਰ ਤੋਂ ਚਲੇ ਗਏ, ਕਿੰਨੇ ਆਪਣੀ ਰਿਸ਼ਤੇਦਾਰੀ ਚੋਂ ਚਲੇ ਗਏ ਆ, ਜਿਨ੍ਹਾਂ ਨੂੰ ਤੂੰ ਜਾਣਦਾ ਸੀ ਚੰਗੀ ਤਰ੍ਹਾਂ ਉਹ ਚਲੇ ਗਏ ਆ। ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ। ਤੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਆਪਣੀ ਆਪਣੀ ਵਾਰੀ ਨਾਲ ਸਾਰੇ ਜਾ ਰਹੇ, ਕੋਈ ਵੀ ਨਹੀਂ ਇੱਥੇ ਰਹਿੰਦਾ, ਸਭ ਨੂੰ ਜਾਣਾ ਪੈਂਦਾ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮਨ ਜਨ ਸੇਵਾ। ਪਰ ਜਿਨ੍ਹਾਂ ਨੇ ਨਾਮ ਜਪਿਆ, ਕੋਈ ਸੇਵਾ ਸਿਮਰਨ ਭਗਤੀ ਕੀਤੀ ਹੈ, ਕੁਰਬਾਨੀ ਕੀਤੀ ਹੈ, ਉਹ ਸਦਾ ਜਿਉਂਦੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਕੀ ਤਾਂ ਮਹਾਰਾਜ ਕਹਿੰਦੇ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਾਲਹਿ ਖਰਨਾ। ਕੂੜੈ ਮੋਹਿ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਇਸ ਕਰਕੇ ਬੇਨਤੀ ਕਰਨੀ ਚਾਹੀਦੀ ਹੈ, ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਮਹਾਰਾਜ ਕਿਰਪਾ ਕਰੋ, ਇਸ ਚਲੇ ਜਾਣ ਵਾਲੇ ਸੰਸਾਰ ਚੋਂ ਐਸੀ ਦਾਤ ਦੇ ਦਿਓ ਕਿ ਦਿਨੇ ਰਾਤ ਆਪ ਜੀ ਦਾ ਨਾਮ ਜਪਦੇ ਰਹੀਏ, ਸਿਮਰਨ ਭਗਤੀ ਕਰਦੇ ਰਹੀਏ। ਸਤਿਗੁਰੂ ਕਹਿੰਦੇ ਅੱਖਾਂ ਨਾਲ ਵੇਖਦੇ ਆ, ਸਭ ਦੇ ਹਿਰਦੇ ਵਿੱਚ ਪ੍ਰਗਟ ਹੈ ਕਿ ਸਰੀਰ ਪੁਰਾਣਾ ਹੋ ਕੇ ਤਾਂ ਵਿਨਾਸ਼ੀ ਹੋ ਹੀ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਬਚਪਨਾ ਆਉਂਦਾ ਇਹਦੇ ਤੇ, ਜਵਾਨੀ ਆਉਂਦੀ ਹੈ, ਬਿਰਧ ਹੋ ਜਾਂਦਾ, ਫਿਰ ਕਾਲ ਮੌਤ ਦਾ ਸਮਾਂ ਆ ਜਾਂਦਾ ਹੈ। ਹਾਂ, ਇਹ ਅਟਕਦਾ ਨਹੀਂ ਹੈ ਸਰੀਰ, ਇਹ ਸਾਰੇ ਸਮੇਂ ਆਉਂਦੇ ਇਸ ਸਰੀਰ ਦੇ ਉੱਤੇ, ਫਿਰ ਨਿਤਾ ਪ੍ਰਤੀ ਕਾਲ ਭਖਣ ਕਰ ਰਿਹਾ ਹੈ। ਜਿੰਨੇ ਵੀ ਇਹ ਜੀਵ ਇਸ ਸਰੀਰ ਦੇ ਵਿੱਚ ਪ੍ਰੀਤ ਕਰਦੇ ਹਨ, ਜਿੰਨਾ ਕੋਈ ਮੋਹ ਕਰਦਾ ਹੈ ਵੱਧ, ਜਿੰਨਾ ਕੋਈ ਪ੍ਰੀਤ ਕਰਦਾ ਹੈ ਇਸ ਦੇਹ ਦੇ ਵਿੱਚ ਵੱਧ, ਤੇ ਜਦੋਂ ਫਿਰ ਸਰੀਰ ਬਿਨਸਦਾ ਹੈ ਓਨੀ ਜ਼ਿਆਦਾ ਪੀੜ ਹੁੰਦੀ ਹੈ, ਓਨਾ ਜ਼ਿਆਦਾ ਦੁੱਖ ਹੁੰਦਾ ਹੈ। ਜਿੰਨਾ ਮੋਹ ਬਹੁਤਾ ਹੈ ਸਰੀਰਾਂ ਦਾ, ਜਿਸ ਵੇਲੇ ਉਹ ਸਰੀਰ ਰਹਿੰਦਾ ਨਹੀਂ ਜਿਹਦੇ ਵਿੱਚ ਮੋਹ ਹੈ ਜ਼ਿਆਦਾ, ਫਿਰ ਓਨਾ ਜ਼ਿਆਦਾ ਦੁੱਖ ਹੁੰਦਾ। ਜਿੰਨੀ ਪ੍ਰੀਤ ਬਹੁਤੀ ਹੈ ਸਰੀਰ ਦੇ ਬਿਨਸਨਾਰ ਸਰੀਰ ਦੇ, ਜਿਸ ਵੇਲੇ ਸਰੀਰ ਬਿਨਸ ਜਾਂਦਾ ਤੇ ਓਨੀ ਜ਼ਿਆਦਾ ਫਿਰ ਪੀੜਾ ਹੁੰਦੀ ਹੈ, ਓਨੀ ਬਿਰਥਾ ਵੱਧ ਹੁੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐਸਾ ਮਨੁੱਖਾ ਸਰੀਰ ਪਾ ਕਰਕੇ ਪ੍ਰਾਪਤ ਕਰਕੇ ਇਹਨੂੰ ਨਾਮ ਬਾਣੀ ਨਾਲ ਜੋੜ ਕਰਕੇ ਪਰਉਪਕਾਰ ਵਿੱਚ ਲਾ ਕਰਕੇ ਇਹਨੂੰ ਸਕਾਰਥ ਕਰਨਾ ਚਾਹੀਦਾ। ਇਹਨੂੰ ਜਿਹੜਾ ਸਫਲਾ ਕਰਦਾ ਹੈ, ਜਿਹੜਾ ਇਸ ਸਰੀਰ ਨੂੰ ਸਫਲਾ ਕਰ ਜਾਂਦਾ ਹੈ, ਧਰਮ ਦੇ ਵਾਸਤੇ ਕੁਰਬਾਨੀ ਕਰਦਾ ਹੈ, ਉਹਦਾ ਵੀ ਸਫਲਾ ਹੋ ਜਾਂਦਾ। ਜਿਹੜਾ ਸੇਵਾ ਸਿਮਰਨ ਕਰਦਾ ਉਹਦਾ ਵੀ ਸਫਲਾ ਹੋ ਜਾਂਦਾ। ਉਹ ਐਸਾ ਫਿਰ ਜੀਵ ਜਨਮ ਮਰਨ ਵਿੱਚ ਨਹੀਂ ਆਉਂਦਾ, ਉਹਦਾ ਜੰਮਣਾ ਮਰਨਾ ਕੱਟਿਆ ਜਾਂਦਾ ਹੈ।
ਮਾਤਾ ਸੁੰਦਰ ਕੌਰ ਜੀ ਨੂੰ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਧਰਮ ਪਤਨੀ ਮਹਿਲਾ ਨੂੰ, ਕਹਿੰਦੇ ਜਿੱਥੇ ਬਹੁਤਾ ਆਨੰਦ ਹੈ, ਬਿਲੰਦ ਆਨੰਦ, ਬਹੁਤਾ ਆਨੰਦ ਹੈ, ਤੇ ਜਿਸ ਥਾਂ ਦੇ ਉੱਤੇ ਕਦੀ ਨਾਸ ਨਹੀਂ ਹੋਈਦਾ ਉਸ ਥਾਂ ਦੇ ਉੱਤੇ ਤੇਰੇ ਪੁੱਤਰ ਗਏ। ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਉਸ ਥਾਂ ਤੇ ਗਏ ਆ ਜਿੱਥੇ ਬੇਅੰਤ ਆਨੰਦ ਹੈ, ਜਿੱਥੇ ਸ਼ੋਕ ਨਹੀਂ, ਗਮ ਨਹੀਂ, ਜਿਹੜਾ ਥਾਂ ਕਦੇ ਨਾਸ ਨਹੀਂ ਹੁੰਦਾ, ਉਹ ਸੱਚਖੰਡ ਵਿੱਚ ਉਹਨਾਂ ਦਾ ਵਾਸਾ ਹੋਇਆ। ਜਿੱਥੇ ਖੁਸ਼ੀ ਹੈ, ਆਨੰਦ ਹੀ ਹੈ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਉਸ ਥਾਂ ਤੇ ਗਏ। ਹਰਖ ਅਨੰਤ, ਜਿੱਥੇ ਅਨੰਤ ਹਰਖ ਹੈ, ਅਨੰਤ ਖੁਸ਼ੀ ਹੈ, ਉਸ ਥਾਂ ਤੇ ਗਏ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਉਸ ਘਰ ਦੇ ਵਿੱਚ ਤੇਰੇ ਪੁੱਤਰਾਂ ਦਾ ਵਾਸਾ ਹੋਇਆ। ਮਾਤਾ ਸੁੰਦਰ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਵੱਡੇ ਸਾਹਿਬਜ਼ਾਦੇ ਸਨ ਸਾਧ ਸੰਗਤ ਜੀ, ਬਾਬਾ ਅਜੀਤ ਸਿੰਘ ਜੀ, ਬਾਕੀ ਤਿੰਨੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਅਜੀਤ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਪ੍ਰਗਟ ਹੋਏ ਸਨ ਕਲਗੀਧਰ ਪਾਤਸ਼ਾਹ ਦੇ ਨਾਲ। ਮਹਾਰਾਜ ਸਾਹਿਬ ਜੀ ਕਹਿੰਦੇ ਆਪ ਜੀ ਦੇ ਪੁੱਤਰਾਂ ਦਾ ਉਸ ਥਾਂ ਦੇ ਉੱਤੇ ਵਾਸਾ ਹੈ ਜਿੱਥੇ ਬੇਅੰਤ ਆਨੰਦ ਹੈ। ਇਸ ਕਰਕੇ ਐਸੇ ਸ਼ਹੀਦ ਪੁੱਤਰਾਂ ਦੇ ਵਾਸਤੇ, ਐਸੇ ਮਹਾਨ ਪੁੱਤਰਾਂ ਦੇ ਵਾਸਤੇ ਸ਼ੋਕ ਕਰਨਾ ਯੋਗ ਨਹੀਂ ਹੈ। ਗਿਆਨ ਦੀ ਗਤੀ ਨੂੰ ਆਪਣੇ ਚਿੱਤ ਵਿੱਚ ਚੇਤੇ ਕਰਨਾ ਕਰੋ, ਗਿਆਨ ਨੂੰ ਵਸਾਉਣਾ ਕਰੋ, ਇਹ ਗਿਆਨ ਦੀ ਅਵਸਥਾ ਨੂੰ ਆਪਣੇ ਅੰਦਰ ਧਾਰਨ ਕਰੋ। ਇਸ ਤੋਂ ਆਦਿਕ ਉਪਦੇਸ਼ ਦੇ ਕਰਕੇ ਬਾਜਾਂ ਵਾਲੇ ਸਤਿਗੁਰਾਂ ਨੇ ਆਪਣੇ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਨੂੰ ਵੈਰਾਗ ਕਰਨ ਤੋਂ ਹਟਾਇਆ ਹੈ। ਪਰ ਫਿਰ ਵੀ ਪੁੱਤਰ ਦੀ ਪ੍ਰੀਤ ਹੈ, ਮਾਤਾ ਸੁੰਦਰ ਕੌਰ ਜੀ ਦੇ ਹਿਰਦੇ ਵਿੱਚੋਂ ਪ੍ਰੀਤ ਜਾਂਦੀ ਥੋੜਾ, ਫਿਰ ਵੀ ਮੋਹ ਪੈਦਾ ਹੁੰਦਾ ਹੈ, ਫਿਰ ਵੀ ਵੈਰਾਗ ਆਉਂਦਾ ਹੈ ਕਿ ਪੁੱਤਰ ਕੁਰਬਾਨ ਹੋ ਗਿਆ, ਸ਼ਹੀਦ ਹੋ ਗਿਆ ਹੈ। ਇਸ ਤਰ੍ਹਾਂ ਸਤਿਗੁਰੂ ਜੀ ਬਚਨਕਾਰ ਹੀ ਰਹੇ ਸੀ, ਉਪਦੇਸ਼ ਦੇ ਹੀ ਰਹੇ ਸੀ, ਤੇ ਇੰਨੇ ਚਿਰ ਨੂੰ ਭਾਈ ਡੱਲਾ ਜੀ ਚੱਲ ਕੇ ਆ ਗਏ। ਹੱਥ ਜੋੜ ਕਰਕੇ ਬੇਨਤੀ ਕੀਤੀ ਹੈ ਭਾਈ ਡੱਲੇ ਜੀ ਨੇ, ਮਹਾਰਾਜ ਆਪ ਜੀ ਆਪਣੇ ਮਹਿਲਾ ਨੂੰ ਆਗਿਆ ਦੇ ਦਿਓ। ਇਹ ਮਾਲਕ ਸਤਿਗੁਰੂ ਜੀ, ਆਪ ਜੀ ਦੇ ਮਹਿਲ ਧਰਮ ਪਤਨੀਆਂ, ਸਾਡੇ ਸਤਿਕਾਰਯੋਗ ਮਾਤਾ ਜੀ, ਆਪ ਜੀ ਆਗਿਆ ਦੇ ਦਿਓ ਇਹਨਾਂ ਨੂੰ, ਤਾਂ ਇਹ ਤਾਂ ਅੰਦਰ ਕਿਲੇ ਵਿੱਚ ਜਾ ਕਰਕੇ ਮਾਰੇ ਆਪਣਾ ਵਾਸਾ ਕਰਨ। ਮਹਾਰਾਜ ਮਾਤਾਵਾਂ ਦੇ ਵਾਸਤੇ, ਮਾਤਾਵਾਂ ਦੇ ਰਹਿਣ ਵਾਸਤੇ ਕਿਲੇ ਦੇ ਅੰਦਰ ਇੱਕ ਵੱਖਰਾ ਘਰ ਜਿਹੜਾ ਮੈਂ ਖਾਲੀ ਕਰਵਾ ਕੇ ਰੱਖਿਆ ਹੋਇਆ। ਆਪ ਜੀ ਨੇ ਤਾਂ ਬਾਹਰ ਹੀ ਲਾ ਲਿਆ ਇਹ ਪੜਾ, ਪਰ ਆਪਣੇ ਧਰਮ ਪਤਨੀਆਂ ਨੂੰ ਤਾਂ, ਸਾਡੇ ਮਾਤਾ ਜੀ ਨੂੰ ਤਾਂ ਅੰਦਰ ਜਾਣ ਦੀ ਆਗਿਆ ਦੇ ਦਿਓ। ਮਹਾਰਾਜ ਅੰਦਰ ਸੁਖ ਦੇ ਸਹਿਤ ਸੁਖਾਲਾ ਵਾਸਾ ਮਾਤਾਵਾਂ ਕਰਨ ਗਈਆਂ। ਭਾਈ ਡੱਲੇ ਦੀ ਬੇਨਤੀ ਸੁਣ ਕਰਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਡੱਲਿਆ, ਤੂੰ ਆਪ ਹੀ ਇਹਨਾਂ ਦੇ ਤਾਂ ਹੀ ਪੁੱਛ ਲੈਣਾ ਕਰ, ਜਿੱਥੇ ਇਹਨਾਂ ਦੇ ਮਨ ਦੀ ਮਰਜ਼ੀ ਹੈ, ਜਿੱਥੇ ਮਨ ਦੀ ਭਾਵਨਾ ਹੈ, ਜਿੱਥੇ ਇਹ ਨਿਵਾਸ ਕਰਨਾ ਚਾਹੁੰਦੀਆਂ ਹਨ, ਇਹਨਾਂ ਨੂੰ ਪੁੱਛ ਕਰਕੇ ਤੂੰ ਉੱਥੇ ਹੀ ਆਸਣ ਲਾ ਦੇ। ਉਸ ਵੇਲੇ ਭਾਈ ਡੱਲਾ ਦੋਨਾਂ ਮਾਤਾਵਾਂ ਦੇ ਪਾਸ ਆਇਆ ਹੈ, ਮਾਤਾ ਸੁੰਦਰ ਕੌਰ ਜੀ ਦੇ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਾਸ। ਤਾਂ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ ਭਾਈ ਡੱਲੇ ਜੀ ਨੇ, ਮਾਤਾ ਜੀ ਬੇਨਤੀ ਆ, ਆਪ ਜੀ ਕਿਰਪਾ ਕਰੋ ਤੇ ਅੰਦਰ ਕਿਲੇ ਦੇ ਵਿੱਚ ਨਿਵਾਸ ਕਰੋ। ਤੇ ਅੰਦਰ ਮਾਤਾ ਜੀ ਆਪਣਾ ਆਸਣ ਲਾ ਕਰਕੇ ਕਮਰਾ ਖਾਲੀ ਕੀਤਾ ਹੋਇਆ ਹੈ ਆਪ ਜੀ ਦੇ ਰਹਿਣ ਵਾਸਤੇ, ਰਹਿائش ਵਾਸਤੇ, ਤੇ ਲਗਾਤਾਰ ਉਸੇ ਰਹਿ ਕਰਕੇ ਸੁਖ ਲੈਣਾ ਕਰੋ।
ਮਾਤਾ ਜੀ ਮੇਰਾ ਸਾਰਾ ਹੀ ਪਰਿਵਾਰ ਆਪ ਜੀ ਦੇ ਅੱਗੇ ਹੱਥ ਜੋੜ ਕਰਕੇ ਸੇਵਾ 'ਚ ਹਾਜ਼ਰ ਰਹੇਗਾ। ਆਪ ਜੀ ਦੇ ਚਰਨਾਂ ਦੀ ਪੂਜਾ ਕਰੇਗਾ ਮੇਰਾ ਸਾਰਾ ਪਰਿਵਾਰ, ਤੇ ਸਭ ਪ੍ਰਕਾਰ ਦੇ ਨਾਲ ਸੇਵਾ 'ਚ ਹਾਜ਼ਰ ਹੋ ਕਰਕੇ ਆਪ ਜੀ ਦਾ ਪੂਜਨ ਹੋਵੇਗਾ। ਮਾਤਾ ਜੀ ਕਿਰਪਾ ਕਰੋ, ਕਿਲੇ ਦੇ ਅੰਦਰ ਘਰ ਦੇ ਵਿੱਚ ਚਰਨ ਪਾਓ ਤੇ ਸਾਡੇ ਸਾਰੇ ਪਰਿਵਾਰ ਦਾ ਜਨਮ ਸਫਲਾ ਕਰ ਦੇਵੋ। ਭਲੀ ਪ੍ਰਕਾਰ ਵਿਚਾਰ ਕਰਕੇ ਮਾਤਾ ਜੀ ਆਪ ਜੀ ਆਪਣਾ ਉਤਾਰਾ ਕਿਲੇ ਦੇ ਅੰਦਰ ਮਕਾਨ ਦੇ ਵਿੱਚ ਕਰੋ। ਇਸ ਤਰ੍ਹਾਂ ਭਾਈ ਡੱਲਾ ਜਿਸ ਵੇਲੇ ਖਲੋ ਕਰਕੇ ਬੇਨਤੀ ਕਰ ਰਿਹਾ ਸੀ ਨਾ ਮਾਤਾਵਾਂ ਦੇ ਅੱਗੇ, ਫਿਰ ਦੋਨਾਂ ਮਾਤਾਵਾਂ ਨੇ ਭਾਈ ਡੱਲੇ ਜੀ ਨੂੰ ਆਖਿਆ ਹੈ, ਆਖਿਆ ਕਿ ਸਾਡਾ ਇੱਥੇ ਪ੍ਰਭੂ ਜੀ ਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿਣਾ ਹੀ ਭਲਾ ਹੈ, ਇੱਥੇ ਹੀ ਭਲਾ ਹੈ। ਅਸੀਂ ਸਤਿਗੁਰੂ ਪਤੀ ਦੇਵ ਜੀ ਦੇ ਚਰਨਾਂ ਕਮਲਾਂ ਤੋਂ ਵਿਛੜਨਾ ਨਹੀਂ ਚਾਹੁੰਦੀਆਂ ਹਾਂ। ਅਸੀਂ ਤਾਂ ਬਹੁਤੇ ਦਿਨਾਂ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਸਾਂ। ਬਹੁਤੇ ਦਿਨ ਹੋ ਗਏ, ਬਹੁਤੇ ਦਿਨਾਂ ਤੋਂ ਭਾਵ ਹੈ ਬਹੁਤੇ ਮਹੀਨੇ ਹੋ ਗਏ ਸਾਧ ਸੰਗਤ, ਬਹੁਤੇ ਮਹੀਨੇ ਹੋ ਗਏ। ਆਨੰਦਪੁਰ ਸਾਹਿਬ ਤੋਂ ਜਿਉਂ ਸਰਸਾ ਪਾਰ ਕੀਤੀ ਹੈ, ਉਥੋਂ ਸਤਿਗੁਰੂ ਜੀ ਤੋਂ ਸਰੀਰ ਕਰਕੇ ਜਿਵੇਂ ਵਿੱਥ ਪਈ ਹੈ, ਸਰੀਰ ਕਰਕੇ ਵਿਛੋੜਾ ਹੋਇਆ ਹੈ, ਤਾਂ ਹੁਣ ਇੱਥੇ ਆ ਕਰਕੇ ਹੀ ਸਾਬੋ ਕੀ ਤਲਵੰਡੀ ਤੇ ਪਹਿਲੀ ਵਾਰੀ ਆ ਕੇ ਦਰਸ਼ਨ ਕੀਤੇ ਆ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ। ਇਸ ਕਰਕੇ ਡੱਲੇ ਚੌਧਰੀ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਪ੍ਰਭੂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਹੀ ਰਹਿਣਾ ਠੀਕ ਹੈ, ਅਸੀਂ ਇੱਥੇ ਹੀ ਰਹਿਣਾ ਚਾਹੁੰਦੀਆਂ ਹਾਂ। ਅਸੀਂ ਸਤਿਗੁਰਾਂ ਦੇ ਚਰਨਾਂ ਕਮਲਾਂ ਤੋਂ ਵਿਛੜਨਾ ਨਹੀਂ ਚਾਹੁੰਦੀਆਂ, ਕਿਉਂਕਿ ਸਾਡੇ ਅੰਦਰ ਬਹੁਤੇ ਦਿਨਾਂ ਦਾ ਉਮਾਸ ਸੀ ਦਰਸ਼ਨ ਕਰਨ ਦਾ, ਤੇ ਬਹੁਤੇ ਦਿਨਾਂ ਬਾਅਦ, ਬਹੁਤੇ ਮਹੀਨਿਆਂ ਬਾਅਦ ਹੀ ਆ ਕਰਕੇ ਦਰਸ਼ਨ ਕੀਤੇ ਹਨ। ਉਸ ਵੇਲੇ ਜਿੱਥੇ ਸਤਿਗੁਰੂ ਜੀ ਦਾ ਤੰਬੂ ਲੱਗਾ ਸੀ ਮਹਾਰਾਜ ਦਾ ਆਸਣ, ਉਹਦੇ ਤੋਂ ਕੁਝ ਫਰਕ ਤੇ ਕੁਝ ਦੂਰੀ ਤੇ ਮਾਤਾਵਾਂ ਦਾ ਵੀ ਤੰਬੂ ਲਾ ਦਿੱਤਾ ਗਿਆ, ਆਸਣ ਲਾ ਦਿੱਤਾ ਗਿਆ, ਤੰਬੂ ਲਾਇਆ ਗਿਆ, ਤੇ ਤੰਬੂ ਦੇ ਆਲੇ ਦੁਆਲੇ ਜਿਹੜੀ ਕਨਾਤ ਹੈ ਉਹ ਵੀ ਲਾ ਦਿੱਤੀ ਗਈ। ਉਸ ਵੇਲੇ ਮਾਤਾ ਸੁੰਦਰ ਕੌਰ ਜੀ ਉਹ ਆਪਣੇ ਸੋਹਣੇ ਸਾਹਿਬਜ਼ਾਦੇ ਦੇ ਸ਼ੋਕ ਦੇ ਵਿੱਚ ਹਨ, ਬਾਬਾ ਅਜੀਤ ਸਿੰਘ ਜੀ ਨੂੰ ਯਾਦ ਕਰ ਰਹੇ ਹਨ। ਤੇ ਮਾਤਾ ਸਾਹਿਬ ਕੌਰ ਜੀ, ਸਾਹਿਬ ਦੇਵ ਕੌਰ ਜੀ, ਉਹਨਾਂ ਦੇ ਸਹਿਤ ਉਸ ਤੰਬੂ ਦੇ ਅੰਦਰ ਸਥਿਤ ਹੋਣਾ ਕੀਤਾ ਹੈ ਮਾਤਾ ਸੁੰਦਰ ਕੌਰ ਜੀ ਨੇ। ਤੇ ਅੰਦਰ ਬਾਹਰ ਕਿਲੇ ਦੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ, ਲੰਗਰ ਤਿਆਰ ਹੁੰਦਾ ਹੈ। ਭਾਈ ਡੱਲਾ ਜੀ ਉਹ ਅਨੇਕ ਪ੍ਰਕਾਰ ਦੇ, ਅਨੇਕ ਵਿਧੀਆਂ ਦੇ, ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਬਹੁਤ ਹੀ ਮਹਾਨ ਪ੍ਰੀਤ ਦੇ ਨਾਲ ਮਾਤਾਵਾਂ ਦੇ ਕੋਲੇ ਵੀ ਸਮੇਂ-ਸਮੇਂ ਦੇ ਨਾਲ ਪ੍ਰਸ਼ਾਦੇ ਪਾਣੀ ਦਾ ਥਾਲ ਪਰੋਸ ਕੇ ਭੇਜਦਾ ਰਹਿੰਦਾ। ਮਾਤਾ ਜੀ ਦੀ ਸੇਵਾ ਕਰਦਾ ਹੈ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਦੀ, ਸਤਿਗੁਰੂ ਜੀ ਦੀ ਸੇਵਾ, ਸਾਰੇ ਸਿੰਘਾਂ ਦਾ ਲੰਗਰ ਪਾਣੀ ਅੰਦਰ ਹੀ ਤਿਆਰ ਹੁੰਦਾ ਹੈ। ਗੁਰੂ ਕੇ ਲਾਂਗਰੀ ਸਿੰਘ ਅੰਦਰ ਜਾ ਕੇ ਤਿਆਰ ਕਰਦੇ ਆ ਕਿਲੇ ਦੇ ਵਿੱਚ, ਆਸਣ ਬਾਹਰ ਲਾਏ ਹੋਏ ਆ, ਤਾਂ ਇਸ ਤਰ੍ਹਾਂ ਥਾਲ ਪਰੋਸ ਕੇ ਪ੍ਰੀਤ ਦੇ ਨਾਲ ਭੇਜਦਾ ਰਹਿੰਦਾ ਹੈ। ਇਸ ਤਰ੍ਹਾਂ ਜਦੋਂ 5 ਦਿਨ ਬੀਤ ਗਏ ਆ, ਸਾਬੋ ਕੀ ਤਲਵੰਡੀ ਰਹਿੰਦਿਆਂ ਹੋਇਆ ਦਸ਼ਮੇਸ਼ ਪਾਤਸ਼ਾਹ ਜੀ ਨੂੰ ਤੇ ਕਿਲੇ ਦੇ ਅੰਦਰ ਬਾਹਰ ਦੇਗ ਲੰਗਰ ਤਿਆਰ ਹੁੰਦਾ ਹੈ, ਲੰਗਰ ਅੰਦਰ ਤਿਆਰ ਹੁੰਦਾ ਹੈ, ਤੇ ਫਿਰ ਅੰਦਰ ਜਾ ਕੇ ਸਿੰਘ ਛਕ ਆਉਂਦੇ ਆ। ਮਹਾਰਾਜ ਸਾਹਿਬ ਜੀ ਵਾਸਤੇ ਥਾਲ ਬਾਹਰ ਆ ਜਾਂਦਾ ਹੈ, ਮਾਤਾਵਾਂ ਜੀ ਦੇ ਵਾਸਤੇ ਲੰਗਰ ਦਾ ਥਾਲ ਬਾਹਰ ਆ ਜਾਂਦਾ ਹੈ। ਜਦੋਂ ਹੋਇਆ 6ਵਾਂ ਦਿਨ, ਤਾਂ 6ਵੇਂ ਦਿਨ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਬਚਨ ਫਰਮਾਇਆ। ਸਤਿਗੁਰੂ ਕਹਿਣ ਲੱਗੇ ਸਿੱਖਾਂ ਨੂੰ ਕਿ ਹੁਣ ਲੰਗਰ ਦਾ ਜਿਹੜਾ ਥਾਂ ਹੈ ਨਾ ਉਹ ਬਾਹਰ ਹੀ ਬਣਾ ਲਓ, ਕਿ ਲੋਹਾ ਚੁੱਲ੍ਹੇ ਜਿਹੜੇ ਆ ਉਹ ਬਾਹਰ ਹੀ ਤਿਆਰ ਕਰ ਲਓ। ਇਸ ਕਰਕੇ ਹੁਣ ਲੰਗਰ ਬਾਹਰ ਵਾਰੀ ਤਿਆਰ ਕਰਿਆ ਕਰੀਏ। ਰੋਜ਼ 5 ਦਿਨ ਹੋ ਗਏ ਆ ਤੁਸੀਂ ਅੰਦਰ ਕਿਲੇ ਦੇ ਜਾ ਕੇ ਛਕਦੇ ਹੋ,
ਠੀਕ ਆ, ਡੱਲੇ ਚੌਧਰੀ ਨੇ ਬੇਨਤੀ ਕੀਤੀ ਸੀ ਤੇ 5 ਦਿਨ ਅੰਦਰ ਲੰਗਰ ਤਿਆਰ ਹੋ ਗਿਆ, ਤੇ ਹੁਣ ਲੰਗਰ ਜਿਹੜਾ ਉਹ ਬਾਹਰ ਤਿਆਰ ਕੀਤਾ ਜਾਵੇ ਇੱਥੇ ਸਾਡੀ ਹਾਜ਼ਰੀ ਦੇ ਵਿੱਚ। ਫਿਰ ਡੱਲੇ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਆਪਣੇ ਪਾਸ ਬੁਲਾਇਆ ਤੇ ਆਖਿਆ, ਭਾਈ ਡੱਲਿਆ ਕਿ ਹੁਣ ਦੇਗ ਲੰਗਰ ਜਿਹੜਾ ਹੈ ਬਾਹਰ ਤਿਆਰ ਹੋਵੇਗਾ। ਸਮਝਾਉਣਾ ਕੀਤਾ ਸਤਿਗੁਰੂ ਜੀ ਨੇ। ਸਤਿਗੁਰੂ ਕਹਿੰਦੇ ਹੁਣ ਸਾਡੇ ਨੇੜੇ ਹੀ ਲੰਗਰ ਤਿਆਰ ਹੋਵੇ, ਇੱਥੇ ਬਾਹਰ ਹੀ ਲੋਹਾ ਚੁੱਲ੍ਹੇ ਕੱਢੇ ਜਾਣ ਤੇ ਬਾਹਰ ਹੀ ਲੰਗਰ ਤਿਆਰ ਹੋਏ ਤੇ ਇੱਥੇ ਅਸੀਂ ਛਕ ਲਿਆ ਕਰਾਂਗੇ, ਨਾਲੇ ਸਾਰੇ ਸਿੰਘ ਵੀ ਇੱਥੇ ਬਾਹਰ ਹੀ ਛਕਣਗੇ। ਭਾਈ ਡੱਲਿਆ ਅਸੀਂ ਵੇਖਿਆ ਹੈ ਤੇਰਾ ਬਹੁਤਾ ਪ੍ਰੇਮ ਹੈ, ਤੂੰ ਬੜੇ ਪ੍ਰੇਮ ਨਾਲ ਸਾਡੀ ਸੇਵਾ ਕੀਤੀ ਹੈ, ਬਹੁਤੇ ਜ਼ਿਆਦੇ ਪ੍ਰੇਮ ਦੇ ਨਾਲ ਤੂੰ ਸੇਵਾ ਕੀਤੀ ਹੈ, ਤੇ ਪਰ ਹੁਣ ਜਿਹੜਾ ਲੰਗਰ ਹੈ ਉਹ ਬਾਹਰ ਤਿਆਰ ਕਰਨਾ ਹੈ। ਭਾਈ ਡੱਲੇ ਤੂੰ ਸਭ ਵਿਧੀ ਦੇ ਨਾਲ ਬਹੁਤੀ ਵਿਸ਼ੇਸ਼ ਕਰਕੇ ਸੇਵਾ ਕੀਤੀ, ਹਰ ਤਰ੍ਹਾਂ ਦੇ ਨਾਲ। ਫਿਰ ਭਾਈ ਡੱਲੇ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿੰਨਾ ਮੇਰਾ ਪਰਿਵਾਰ ਹੈ ਤੇ ਜਿੰਨਾ ਮੇਰੇ ਕੋਲੇ ਸਾਜੋ ਸਮਾਨ ਹੈ, ਮਾਰੇ ਘਰ ਦੇ ਵਿੱਚ ਜੋ ਕੁਝ ਵੀ ਹੈ, ਧੇਨ ਗਾਵਾਂ ਹਨ, ਘੋੜੇ ਹਨ, ਮੱਝਾਂ ਹਨ, ਇਸੇ ਤਰ੍ਹਾਂ ਕਿਲਾ ਹੈ, ਇਹ ਸਾਰਾ ਕੁਝ ਜੋ ਵੀ ਸਾਜੋ ਸਮਾਨ ਹੈ, ਇਹ ਘਰ-ਬਾਰ ਸਾਰਾ ਕੁਝ ਮਹਾਰਾਜ ਜੋ ਮੇਰੇ ਕੋਲ ਹੈ ਸਾਰਾ ਤੁਹਾਡਾ ਹੀ ਹੈ। ਇਹ ਤੁਸੀਂ ਮੈਨੂੰ ਬਖਸ਼ਿਆ, ਇਹ ਪਰਿਵਾਰ ਵੀ ਤੁਸੀਂ ਦਿੱਤਾ ਹੈ, ਸਾਜੋ ਸਮਾਨ ਵੀ ਤੁਸੀਂ ਦਿੱਤਾ ਹੈ, ਇਹ ਕਿਲੇ ਵੀ ਤੁਸੀਂ ਦਿੱਤੇ ਹੈ, ਚੌਧਰਪੁਣਾ ਵੀ ਤੁਸੀਂ ਬਖਸ਼ਿਆ ਹੈ, ਇਹ ਰਾਜ ਭਾਗ ਹੀ ਸਾਰਾ ਮਹਾਰਾਜ ਆਪ ਜੀ ਦਾ ਹੀ ਬਖਸ਼ਿਆ ਹੋਇਆ। ਜੋ ਸਾਜੋ ਸਮਾਨ ਇੱਕ ਤਰ੍ਹਾਂ ਦਾ ਰਾਜਾ ਸੀ ਉਸ ਇਲਾਕੇ ਦਾ, ਡੱਲਾ ਚੌਧਰੀ। ਕਿਲਾ ਉਹਦੇ ਕੋਲੇ ਆ, ਫੌਜਾਂ ਉਹਦੇ ਕੋਲੇ ਆ, ਜ਼ਮੀਨ ਜਾਇਦਾਦ ਖੁੱਲੀ ਹੈ, ਸਾਰਾ ਘੋੜੇ ਉਹਦੇ ਕੋਲੇ ਹਨ, ਮੱਝਾਂ ਗਾਵਾਂ ਬਹੁਤੀਆਂ ਉਹਦੇ ਕੋਲੇ, ਸਾਰਾ ਹੀ ਸਾਜੋ ਸਮਾਨ। ਕਹਿੰਦਾ ਮਹਾਰਾਜ ਇਹ ਸਭ ਕੁਝ ਆਪ ਜੀ ਦਾ ਹੀ ਹੈ। ਮਹਾਰਾਜ ਜਿੰਨੀ ਕੁ ਮੇਰੇ ਵਿੱਚ ਸ਼ਕਤੀ ਹੈ ਉਹਦੇ ਅਨੁਸਾਰ ਮਹਾਰਾਜ ਮੈਂ ਆਪ ਜੀ ਦੀ ਇਹ ਲੰਗਰ ਬਣਾਉਣ ਦੀ ਸੇਵਾ ਕਰਾਂਗਾ। ਮਹਾਰਾਜ ਮੇਰੀ ਸ਼ਰਧਾ ਵੇਖ ਕਰਕੇ ਜਿੰਨਾ ਚਿਰ ਮੈਂ ਸੇਵਾ ਕਰਦਾ ਹੈ ਆਪ ਪ੍ਰਵਾਨ ਕਰੋ, ਆਪ ਦੇਗ ਲੰਗਰ ਪ੍ਰਾਪਤ ਕਰੋ ਸਤਿਗੁਰੂ ਜੀ। ਮਹਾਰਾਜ ਮੇਰੇ ਘਰ ਦੇ ਵਿੱਚ ਜਿੰਨਾ ਵੀ ਅਨਾਜ ਹੈ, ਅੰਨ ਹੈ, ਇਹ ਸਾਰਾ ਹੈ ਤਾਂ ਆਪ ਜੀ ਦਾ ਹੀ, ਇਹ ਤੁਸੀਂ ਦਿੱਤਾ ਮਹਾਰਾਜ ਮੈਨੂੰ, ਤੇ ਅੱਜ ਜਿੰਨਾ ਚਿਰ ਮੇਰੇ ਵਿੱਚ ਸਮਰੱਥਾ ਹੈ ਮੈਂ ਸੇਵਾ ਕਰਨੀ ਚਾਹੁੰਦਾ, ਪ੍ਰੇਮ ਦੇ ਨਾਲ ਸੇਵਾ ਪ੍ਰਵਾਨ ਕਰੋ ਮੇਰੀ। ਮਹਾਰਾਜ ਸਿੰਘਾਂ ਦੇ ਸਮੇਤ ਆਪ ਜੀ ਦਾ ਮਹਾਰਾਜ ਭੋਜਨ ਪਾਣੀ ਲੰਗਰ ਪਾਣੀ ਮੈਂ ਤਿਆਰ ਕਰਨਾ ਚਾਹੁੰਦਾ ਹਾਂ। ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਭਾਈ ਡੱਲਿਆ ਤੇਰੇ ਤੇ ਸਾਡੀ ਖੁਸ਼ੀ ਹੈ, ਪਰ ਹੁਣ ਸਾਰੇ ਜਿਹੜਾ ਲੰਗਰ ਹੈ ਨਾ, ਜਿੰਨੀ ਦੇਗ ਹੈ, ਦੇਗ ਤੋਂ ਭਾਵ ਜਿੰਨਾ ਲੰਗਰ ਹੈ ਸਾਰਾ ਹੁਣ ਬਾਹਰ ਹੀ ਬਣੇਗਾ। ਇੱਥੇ ਬਾਹਰ ਹੀ ਉਹਦਾ ਕਾਰਨ ਇਹ ਸੀ ਮਹਾਰਾਜ ਸਾਹਿਬ ਜੀ ਨਹੀਂ ਚਾਹੁੰਦੇ ਵੀ ਭਾਈ ਡੱਲੇ ਉੱਤੇ ਜ਼ਿਆਦਾ ਬੋਝ ਪਾਇਆ ਜਾਵੇ, ਕਿ ਅੰਦਰ ਬਾਹਰ ਕਿਲੇ ਦੇ ਬਣਦਾ ਹੈ ਤੇ ਫਿਰ ਸਾਰੇ ਸਿੰਘ ਉੱਥੇ ਜਾਂਦੇ ਆ ਤੇ ਸਾਰੀ ਰੋਜ਼ ਜਿਹੜੀ ਸੇਵਾ ਵਾ ਉਹ ਪੂਰੀ ਭਾਈ ਡੱਲੇ ਨੂੰ ਉਹ ਸਾਰੀ ਕਰਨੀ ਪੈਂਦੀ ਹੈ। ਇੱਕ ਤਾਂ ਇਹ ਕਾਰਨ, ਇੱਕ ਜਿਹੜੀਆਂ ਬਾਕੀ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਆਉਂਦੀਆਂ ਉਹਨਾਂ ਨੇ ਵੀ ਫਿਰ ਮਹਾਰਾਜ ਦੇ ਦਰਸ਼ਨ ਕਰਨੇ ਤੇ ਗੁਰੂ ਸਾਹਿਬ ਦੇ ਪਾਸੋਂ ਪ੍ਰਸ਼ਾਦਾ ਪਾਣੀ ਵੀ ਛਕਣਾ ਹੈ, ਜਿਹੜੇ ਆ ਕੇ ਦਰਸ਼ਨ ਕਰ ਰਹੇ। ਹੁਣ ਉਹਨਾਂ ਸਾਰਿਆਂ ਨੂੰ ਫਿਰ ਅੰਦਰ ਜਾਣਾ ਪੈਣਾ ਹੈ ਪ੍ਰਸ਼ਾਦਾ ਛਕਣ ਵਾਸਤੇ। ਇਸ ਕਰਕੇ ਜਿੱਥੇ ਮਹਾਰਾਜ ਸਾਹਿਬ ਦਾ ਆਸਣ ਲੱਗਾ ਹੈ ਉੱਥੇ ਦਰਸ਼ਨ ਕਰਨ ਵਾਲਿਆਂ ਨੂੰ ਵੀ ਪ੍ਰਸ਼ਾਦਾ ਮਿਲੇ, ਕਿਉਂਕਿ ਪ੍ਰਸ਼ਾਦਾ ਤੇ ਸਭ ਤੋਂ ਪਹਿਲਾਂ ਵਾ ਨਾ, ਜਿੰਨੇ ਮਹਾਰਾਜ ਸਾਹਿਬ ਦੇ ਕੋਲੇ ਆਉਣਾ ਵਾ, ਸਰੀਰ ਦੀ ਖੁਰਾਕ ਹੈ, ਉਹਨੇ ਪ੍ਰਸ਼ਾਦਾ ਪਾਣੀ ਤੇ ਛਕਣਾ ਹੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਇਹ ਸਾਰੀ ਸੰਗਤਾਂ ਦੀ ਸਹੂਲਤ ਵੀ ਵੇਖਦਿਆਂ ਹੋਇਆਂ ਤੇ ਭਾਈ ਡੱਲੇ ਦੇ ਉੱਤੇ ਵੀ ਜ਼ਿਆਦਾ ਬੋਝ ਨਾ ਪਵੇ, ਇਸ ਕਰਕੇ ਮਹਾਰਾਜ ਕਹਿੰਦੇ ਵੀ ਹੁਣ ਲੰਗਰ ਸਾਰਾ ਜਿਹੜਾ ਉਹ ਬਾਹਰ ਹੀ ਤਿਆਰ ਹੋਵੇਗਾ। ਤੇਰੀ ਭਾਵਨਾ ਬੜੀ ਵਧੀਆ ਹੈ, ਤੂੰ ਬੜੇ ਪ੍ਰੇਮ ਨਾਲ ਸੇਵਾ ਕੀਤੀ ਹੈ ਤੇ ਤੇਰੇ ਤੇ ਸਾਡੀ ਖੁਸ਼ੀ ਹੈ, ਤੇ ਤੇਰਾ ਜਿਹੜਾ ਪ੍ਰੇਮ ਉਹ ਇਸੇ ਤਰ੍ਹਾਂ ਹੀ ਹੈ, ਭਾਵ ਤੂੰ ਬਹੁਤਾ ਪ੍ਰੇਮ ਕਰਦਾ ਹੈ ਤੇ ਤੂੰ ਪ੍ਰੇਮ ਦੇ ਸਹਿਤ ਹੋ ਕਰਕੇ ਸੱਚ ਹੀ ਕਹਿੰਦਾ ਹੈ, ਤੇ ਤੇਰੀ ਜਿਹੜੀ ਇਹ ਪ੍ਰੇਮ ਦੀ ਭਾਵਨਾ ਹੈ ਤੇ ਉਹਦੇ ਉੱਤੇ ਸਾਡੀ ਖੁਸ਼ੀ ਹੈ। ਇਸ ਤਰ੍ਹਾਂ ਫਿਰ ਗੁਰੂ ਕੀ ਆਗਿਆ ਦੇ ਨਾਲ
ਵੱਡੀ ਭਾਰੀ ਗੁਰੂ ਕੀ ਦੇਗ ਉਹ ਬਾਹਰ ਹੀ ਬਣਨ ਲੱਗ ਪਈ। ਗੁਰੂ ਕਾ ਲੰਗਰ ਬਾਰ-ਬਾਰ, ਜਿੱਥੇ ਮਹਾਰਾਜ ਦਾ ਆਸਣ ਹੈ ਕਿਲੇ ਤੋਂ ਬਾਰ-ਬਾਰ, ਉੱਥੇ ਹੀ ਲੰਗਰ ਤਿਆਰ ਹੋਣ ਲੱਗਾ। ਤੇ ਜਿੰਨੇ ਗੁਰੂ ਕੇ ਸਿੰਘ ਵਾ ਉਹ ਵੀ ਸਾਰੇ ਇੱਥੇ ਫਿਰ ਪੰਗਤਾਂ ਲਾ ਕੇ ਪ੍ਰਸ਼ਾਦਾ ਪਾਣੀ ਛਕਦੇ ਆ। ਤੇ ਹੋਰ ਵੀ ਜਿਹੜੇ ਲੋੜਵੰਦ ਹਨ, ਜਿਸ ਕਿਸੇ ਨੇ ਵੀ ਪ੍ਰਸ਼ਾਦਾ ਛਕਣਾ ਹੁੰਦਾ, ਜਿੱਥੇ ਗੁਰੂ ਕਾ ਲੰਗਰ ਚੱਲਦਾ ਹੈ ਉੱਥੇ ਕੋਈ ਵੀ ਆ ਕੇ ਛਕ ਲਵੇ, ਕੋਈ ਵੀ ਆ ਕੇ ਛਕ ਲਵੇ, ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਭਾਵੇਂ ਕੋਈ ਗੁਰੂ ਘਰ ਨਾਲ ਦੁਸ਼ਮਣੀ ਰੱਖਣ ਵਾਲਾ ਉਹ ਵੀ ਆ ਕੇ ਛਕ ਲਵੇ ਤੇ ਉਹਨੂੰ ਵੀ ਲੰਗਰ ਮਿਲਦਾ ਹੈ, ਕਿਉਂਕਿ ਗੁਰੂ ਘਰ ਤਾਂ ਕਿਸੇ ਦਾ ਦੁਸ਼ਮਣ ਹੈ ਹੀ ਨਹੀਂ, ਨਾ ਪਿੱਛੇ ਸੀ, ਨਾ ਹੁਣ ਹੈ, ਨਾ ਅੱਗੇ ਹੋਵੇਗਾ। ਗੁਰੂ ਘਰ ਤਾਂ ਸਰਬੱਤ ਦਾ ਭਲਾ ਮੰਗਣ ਵਾਲਾ। ਇੱਥੇ ਤਾਂ ਆਵਾਜ਼ ਹੀ ਆਉਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਾਂ, ਕਈਆਂ ਲੋਕਾਂ ਨੇ ਨਹੀਂ ਗੁਰੂ ਘਰ ਦੇ ਸਿਧਾਂਤ ਨੂੰ ਸਮਝਿਆ, ਉਹ ਫਿਰ ਗੁਰੂ ਘਰ ਦੇ ਉੱਤੇ ਚੜ੍ਹ ਕੇ ਆਉਂਦੇ ਰਹੇ, ਉਹ ਗੁਰੂ ਘਰ ਦੇ ਦੁਸ਼ਮਣ ਬਣ ਕੇ ਆਉਂਦੇ ਰਹੇ। ਭਾਵੇਂ ਉਹ 6ਵੇਂ ਪਾਤਸ਼ਾਹ ਦਾ ਸਮਾਂ ਸੀ, ਭਾਵੇਂ 10ਵੇਂ ਪਾਤਸ਼ਾਹ ਦਾ ਸਮਾਂ ਸੀ, ਉਹ ਫੌਜਾਂ ਚੜਾ ਕੇ ਗੁਰੂ ਘਰ ਤੇ ਆਉਂਦੇ ਰਹੇ। ਉਹਨਾਂ ਨੇ ਨਹੀਂ ਗੁਰੂ ਘਰ ਦੇ ਸਿਧਾਂਤ ਨੂੰ ਸਮਝਿਆ ਵੀ ਇੱਥੇ ਨਿਰਵੈਰਤਾ ਹੈ, ਜਿੱਥੇ ਨਿਰਵੈਰ ਹੈ ਗੁਰੂ ਘਰ ਉੱਥੇ ਨਿਰਭਉ ਵੀ ਹੈ। ਇਹ ਦੋਵੇਂ ਸਿਧਾਂਤ ਵਾ ਗੁਰੂ ਘਰ ਵਿੱਚ, ਨਿਰਭਉ ਤੇ ਨਿਰਵੈਰ। ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਤੇ ਸਰਬੱਤ ਦੇ ਭਲੇ ਦੀ ਗੱਲ ਹੈ, ਹਰ ਇੱਕ ਜੀਵ ਦੀ, ਹਰ ਇੱਕ ਮਨੁੱਖ ਦੀ। ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਕੋ, ਇੱਥੋਂ ਆਵਾਜ਼ ਆਉਂਦੀ ਹੈ, ਇੱਥੋਂ ਇਹ ਆਵਾਜ਼ ਆਉਂਦੀ ਹੈ ਵੀ ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਜੇ ਕੋਈ ਦੁਸ਼ਮਣ ਬਣ ਕੇ ਗੁਰੂ ਘਰ ਨੂੰ ਨਾ ਸਮਝਦਾ, ਚੜ੍ਹਾਈ ਕਰਕੇ ਆਉਂਦਾ ਹੈ, ਤੇ ਫਿਰ ਉਹਦੇ ਕੀਤੀ ਦਾ ਫਲ ਵੀ ਗੁਰੂ ਘਰ ਭੁਗਤਾਉਂਦਾ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਸ ਕਰਕੇ ਜਿੱਥੇ ਗੁਰੂ ਕੇ ਸਿੰਘ ਪ੍ਰਸ਼ਾਦਾ ਪਾਣੀ ਛਕਦੇ, ਉੱਥੇ ਜਿਨ੍ਹਾਂ ਨੂੰ ਹੋਰ ਵੀ ਲੋਕਾਂ ਨੂੰ ਭੁੱਖ ਹੁੰਦੀ ਹੈ, ਸ਼ੁੱਧ ਤਸ਼ੋ ਜਾਹਰ, ਉਹ ਜਾਹਰ ਪ੍ਰਤੱਖ ਤੌਰ ਤੇ ਲੋੜਵੰਦ ਆ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਦੇ ਹਨ। ਤੇ ਸਾਰੇ ਜਿਹੜੇ ਬੈਰਾੜ ਹਨ, ਜਿਹੜੇ ਨੌਕਰ ਰੱਖੇ ਹੋਏ ਆ ਗੁਰੂ ਸਾਹਿਬ ਜੀ ਨੇ, ਉਹ ਆਪਣੀ ਨੌਕਰੀ ਦੀ ਤਨਖਾਹ ਗੁਰੂ ਜੀ ਦੇ ਪਾਸੋਂ ਪ੍ਰਾਪਤ ਕਰਦੇ ਹਨ। ਤੇ ਇਹ ਜਿਹੜੇ ਬੈਰਾੜ ਹਨ ਨਾ, ਮਹਾਰਾਜ ਦੇ ਰੱਖੇ ਹੋਏ ਫੌਜ ਬੈਰਾੜਾਂ ਦੀ, ਉਹ ਸੁੱਕੀ ਰਸਤ ਪ੍ਰਾਪਤ ਕਰ ਲੈਂਦੇ ਤੇ ਉਹ ਆਪਣਾ ਲੰਗਰ ਆਪ ਤਿਆਰ ਕਰਦੇ ਆਪਣੇ ਪਾਸੇ। ਇਸ ਕਰਕੇ ਉਹ ਨਿਜ ਨਿਜ ਭੋਜਨ ਕਰਹਿ ਸੋ ਖਾਵੈ, ਆਪੋ ਆਪਣਾ ਭੋਜਨ ਤਿਆਰ ਕਰਕੇ ਛਕਦੇ ਹਨ। ਇਸ ਤਰ੍ਹਾਂ ਕੁਝ ਦਿਨ ਸਤਿਗੁਰੂ ਸਾਹਿਬ ਜੀ ਨੇ ਬਤੀਤ ਕੀਤੇ, ਸਾਬੋ ਕੀ ਤਲਵੰਡੀ ਇੱਥੇ ਰਹਿੰਦਿਆਂ ਹੋਇਆਂ। ਫਿਰ ਇੱਕ ਦਿਨ ਭਾਈ ਡੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰੋ, ਆਪਣੇ ਸਾਰਿਆਂ ਸਿੰਘਾਂ ਦੇ ਸਮੇਤ ਤੇ ਸਾਰੀ ਜਿੰਨੀ ਬੈਰਾੜਾਂ ਦੀ ਫੌਜ ਤੁਸੀਂ ਰੱਖੀ ਹੈ, ਉਹਨਾਂ ਸਾਰੇ ਬੈਰਾੜਾਂ ਦੇ ਸਮੇਤ। ਮਹਾਰਾਜ ਮੈਂ ਇੱਕ ਦਿਨ ਹੁਣ ਅੰਦਰ ਤਿਆਰ ਕਰਨਾ ਚਾਹੁੰਦਾ ਲੰਗਰ, ਸਾਰੀ ਫੌਜ ਦਾ, ਆਪ ਜੀ ਦੇ ਸਾਰੇ ਸਿੰਘਾਂ ਦਾ, ਆਪ ਜੀ ਦਾ ਵੀ, ਤੇ ਸਾਰੀ ਜਿੰਨੀ ਫੌਜ ਹੈ ਆਪ ਜੀ ਦੀ, ਆਪ ਜੀ ਦੇ ਵਾਸਤੇ ਮੈਂ ਲੰਗਰ ਪਾਣੀ ਤਿਆਰ ਕਰਨਾ ਚਾਹੁੰਦਾ ਹਾਂ। ਮਹਾਰਾਜ ਸਾਹਿਬ ਆਪ ਜੀ ਕਿਰਪਾ ਕਰੋ ਤੇ ਅੰਦਰ ਆਓ ਘਰ ਦੇ ਵਿੱਚ, ਸਾਰੀ ਫੌਜ ਦੇ ਸਮੇਤ, ਸਾਰੇ ਸਿੱਖਾਂ ਦੇ ਸਮੇਤ, ਤੇ ਮਾਤਾਵਾਂ ਨੂੰ ਵੀ ਨਾਲ ਲੈ ਕੇ ਆਓ। ਆਪ ਜੀ ਵੀ ਚਰਨ ਪਾਓ, ਮਾਤਾਵਾਂ ਵੀ ਚਰਨ ਪਾਉਣ, ਆਪ ਜੀ ਦੇ ਪ੍ਰੇਮੀ ਸਿੱਖ ਵੀ, ਆਪ ਜੀ ਦੇ ਜਿੰਨੀ ਫੌਜ ਹੈ ਉਹ ਸਾਰੀ ਅੰਤਰ ਪਾਵਨ ਪਾਵਨ ਕਰੋ, ਅੰਦਰ ਮਹਾਰਾਜ ਆਪਣੇ ਚਰਨ ਪਾਉਣਾ ਕਰੋ। ਤੇ ਫਿਰ ਮਹਾਰਾਜ ਆਪਣੇ ਚਰਨ ਪਾ ਕੇ ਤੇ ਮੇਰੇ ਸਾਰੇ ਘਰ ਨੂੰ ਪਵਿੱਤਰ ਕਰ ਦਿਓ। ਆਪ ਜੀ ਚਰਨ ਪਾ ਕਰਕੇ ਤੇ ਘਰ ਨੂੰ ਪਵਿੱਤਰ ਕਰ ਦਿਓ, ਕਿਉਂਕਿ ਜਿੱਥੇ ਗੁਰੂ ਕੇ ਚਰਨ ਪੈ ਜਾਂਦੇ ਆ ਉਹ ਥਾਂ ਪਵਿੱਤਰ ਹੋ ਜਾਂਦਾ, ਸਾਧ ਸੰਗਤ, ਉਹ ਜਗ੍ਹਾ ਪਵਿੱਤਰ ਹੋ ਜਾਂਦੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ,
ਲੈ ਧੂਰ ਮੁਖ ਲਾਵਾ। ਸਾਰ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਮਾਰੇ ਆਪਣੇ ਚਰਨ ਪਾ ਕੇ ਸਮੇਤ ਫੌਜ ਦੇ ਘਰ ਨੂੰ ਪਵਿੱਤਰ ਕਰ ਦਿਓ। ਇਸ ਤਰ੍ਹਾਂ ਬੇਨਤੀ ਕਰਕੇ ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ ਕਿ ਚੱਲ ਭਾਈ, ਫਿਰ ਇੱਕ ਦਿਨ ਦਾ ਲੰਗਰ ਸਾਰੀ ਫੌਜ ਦਾ ਤੂੰ ਤਿਆਰ ਕਰ ਲਾ, ਅਸੀਂ ਆ ਜਾਵਾਂਗੇ, ਘਰੇ ਵੀ ਚਰਨ ਪਾ ਦਾਂਗੇ, ਤੇਰੀ ਐਸੀ ਭਾਵਨਾ ਹੈ। ਤਾਂ ਫਿਰ ਇਹਨੇ ਬਹੁਤ ਤਰ੍ਹਾਂ ਦਾ ਭੋਜਨ ਪਾਣੀ ਜਿਹੜਾ ਹੈ ਉਹ ਤਿਆਰ ਕੀਤਾ ਹੈ। ਬੜੇ ਸ੍ਰੇਸ਼ਟ ਸਵਾਦਾਂ ਵਾਲਾ ਆਹਾਰ ਭੋਜਨ ਤਿਆਰ ਕਰਵਾਇਆ ਭਾਈ ਡੱਲੇ ਨੇ। ਬਹੁਤੇ ਪ੍ਰੇਮ ਦੇ ਨਾਲ ਮਿੱਠੇ ਪਕਵਾਨ ਵੀ ਤਿਆਰ ਕੀਤੇ, ਸ਼ਨਿਗਤ ਘਿਓ ਵਾਲੇ ਵੀ ਪਦਾਰਥ ਤਿਆਰ ਕੀਤੇ, ਤੇ ਬਹੁਤੇ ਆਦਮੀਆਂ ਨੇ ਮਿਲ ਕਰਕੇ ਸਾਰੇ ਲੰਗਰ ਪਕਾਉਣ ਦੀ ਸੇਵਾ ਕੀਤੀ ਹੈ। ਜਦੋਂ ਸਾਰੇ ਪਦਾਰਥ ਤਿਆਰ ਹੋ ਗਏ ਨਾ, ਮਿੱਠੇ ਘਿਓ ਵਾਲੇ ਕਈ ਤਰ੍ਹਾਂ ਦੇ ਪਦਾਰਥ ਤਿਆਰ ਕੀਤੇ, ਫਿਰ ਆ ਕੇ ਬੇਨਤੀ ਕੀਤੀ ਹੈ ਭਾਈ ਡੱਲੇ ਨੇ, ਤੇ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਅੰਦਰ ਲੈ ਕੇ ਗਿਆ ਹੈ। ਬਹੁਤੀਆਂ ਪੰਗਤਾਂ ਲਾ ਦਿੱਤੀਆਂ, ਕਿਉਂਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਸਿੰਘ ਵਾਇਤੇ ਸੰਗਤਾਂ ਵੀ ਬਹੁਤੀਆਂ ਆ ਕੇ ਗੁਰੂ ਸਾਹਿਬ ਜੀ ਨੂੰ ਮਿਲੀਆਂ। ਗੁਰੂ ਕੀ ਫੌਜ ਆ, ਬੈਰਾੜਾਂ ਦੀ ਫੌਜ ਵੀ ਹੈ ਨਾਲ, ਇਸ ਕਰਕੇ ਬਹੁਤੀਆਂ ਪੰਗਤਾਂ ਲਾਈਆਂ ਗਈਆਂ, ਤੇ ਸਾਰੀਆਂ ਪੰਗਤਾਂ ਦੇ ਵਿੱਚ ਇੱਕ ਰਸ ਸਾਰੇ ਗੁਰੂ ਕੇ ਸਿੱਖ, ਗੁਰੂ ਕੀ ਫੌਜ ਬੈਠ ਗਈ। ਤੇ ਸਤਿਗੁਰੂ ਜੀ ਦੇ ਵਿਸ਼ੇਸ਼ ਸਨਮਾਨ ਵਾਸਤੇ ਪੰਗਤ ਦੇ ਵਿੱਚ ਇੱਕ ਥਾਂ ਤੇ ਉੱਚੀ ਚੌਂਕੀ ਡਾਈ ਹੈ, ਜਿਸ ਚੌਂਕੀ ਦੇ ਉੱਤੇ ਸਤਿਗੁਰੂ ਜੀ ਨੇ ਬੈਠਣਾ ਹੈ। ਤੇ ਚਿੱਟੇ ਰੰਗ ਦਾ ਵਿਛਾਉਣਾ, ਜਿਹਦੇ ਉੱਤੇ ਬੜੀ ਸੋਹਣੀ ਕਢਾਈ ਕੀਤੀ ਹੋਈ ਹੈ, ਉਸ ਚੌਂਕੀ ਦੇ ਉੱਤੇ ਵਿਛਾ ਦਿੱਤੀ ਹੈ ਕਢਾਈ ਕੀਤਾ ਹੋਇਆ ਬਸਤਰ। ਇਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਥਿਤ ਹੋਏ। ਤੇ ਦੋਨਾਂ ਮਾਤਾਵਾਂ ਨੂੰ ਵੀ ਬੇਨਤੀ ਕਰਕੇ ਭਾਈ ਡੱਲਾ ਜੀ ਲੈ ਕੇ ਗਏ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਤਾਵਾਂ ਨੂੰ ਆਪਣੇ ਘਰ ਦੇ ਵਿੱਚ ਬੈਠਾ ਦਿੱਤਾ ਹੈ, ਕਮਰੇ ਦੇ ਅੰਦਰ। ਹੁਣ ਸਤਿਗੁਰੂ ਜੀ ਜਿੱਥੇ ਬੈਠੇ ਆ, ਉੱਥੇ ਬੈਰਾੜਾਂ ਦੀ ਫੌਜ ਵੀ ਤੇ ਗੁਰੂ ਕੇ ਪਿਆਰੇ ਸਿੰਘ, ਨਿਸ਼ਕਾਮੀ ਸਿੰਘ ਵੀ ਨਾਲ ਪੰਗਤਾਂ ਵਿੱਚ ਬੈਠਾਏ ਹਨ। ਸਾਰੀਆਂ ਸੰਗਤਾਂ ਦੇ ਵਾਸਤੇ, ਸਾਰੀ ਫੌਜ ਦੇ ਵਾਸਤੇ ਬਹੁਤੇ ਜਿਹੜੇ ਪਦਾਰਥ ਤਿਆਰ ਕੀਤੇ, ਉਹ ਭੋਜਨ ਲਿਆਉਣਾ ਕੀਤਾ। ਭਲੀ ਪ੍ਰਕਾਰ ਚੰਗੀ ਰੀਤ ਦੇ ਨਾਲ ਪਰੋਸਣ ਲੱਗੇ ਹਨ ਲਾਂਗਰੀ। ਤੇ ਕਿਰਪਾਲੂ ਸਤਿਗੁਰੂ ਜੀ ਦੇ ਅੱਗੇ ਵੀ ਵੱਡਾ ਸਾਰਾ ਥਾਲ ਲਿਆ ਕਰਕੇ ਸੋਭਨੀਕ ਕੀਤਾ ਹੈ। ਇਸੇ ਪ੍ਰਕਾਰ ਦੋ ਥਾਲ ਜਿਹੜੇ ਹਨ, ਉਹਨਾਂ ਵਿੱਚ ਸਾਰੇ ਪਦਾਰਥ ਰੱਖ ਕਰਕੇ ਭੋਜਨ ਚੰਗੀ ਤਰ੍ਹਾਂ ਪਰੋਸ ਕੇ ਮਾਤਾ ਸੁੰਦਰ ਕੌਰ ਜੀ ਵਾਸਤੇ ਤੇ ਮਾਤਾ ਸਾਹਿਬ ਕੌਰ ਜੀ ਵਾਸਤੇ ਅੰਦਰ ਪਹੁੰਚਾਏ ਹਨ ਦੋ ਥਾਲ। ਤਾਂ ਬਹੁਤੀਆਂ ਦਾਸੀਆਂ ਸੇਵਾ ਵਿੱਚ ਹਾਜ਼ਰ ਹੋਈਆਂ, ਉਹਨਾਂ ਤੋਂ ਲੈ ਕਰਕੇ ਮਾਤਾਵਾਂ ਨੇ ਭੋਜਨ ਛਕਣਾ ਕੀਤਾ। ਸਤਿਗੁਰੂ ਜੀ ਨੇ ਵੀ ਛਕਿਆ ਹੈ ਭੋਜਨ ਪ੍ਰਸ਼ਾਦਾ ਪਾਣੀ। ਬਾਕੀ ਸਾਰੇ ਗੁਰੂ ਕੀ ਫੌਜ ਨੇ ਵੀ, ਸਾਰੇ ਜਥਾ ਜੋ ਤ੍ਰਿਪਤ ਹੋ ਗਏ ਛਕ ਕੇ। ਜਦੋਂ ਸਾਰਿਆਂ ਨੇ ਪਕਵਾਨ ਛਕ ਲਏ ਨਾ, ਪਦਾਰਥ ਛਕ ਲਏ, ਸਾਰੇ ਤ੍ਰਿਪਤ ਹੋ ਗਏ, ਰੱਜ ਕੇ ਛਕ ਕੇ। ਫਿਰ ਮਹਾਰਾਜ ਨੇ ਇੱਕ ਸਿੰਘ ਨੂੰ ਆਖਿਆ ਕਿ ਹੁਣ ਖੜੇ ਹੋ ਕੇ ਅਰਦਾਸ ਕਰ ਦਿਓ। ਤੇ ਉਹ ਫਿਰ ਗੁਰੂ ਕੀ ਆਗਿਆ ਦੇ ਨਾਲ ਖੜੇ ਹੋਏ ਕਰ ਚੁਰਾ ਪਠਾਇਓ। ਚੁਲਾ ਪੜਾਇਆ ਮਹਾਰਾਜ ਸਾਹਿਬ ਜੀ। ਜੋ ਪ੍ਰਸ਼ਾਦੇ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ ਸੰਖੇਪ ਰੂਪ ਵਿੱਚ, ਉਹਨੂੰ ਚੁਲਾ ਪੜਨਾ ਕਹਿ ਦਿੰਦੇ ਆ। ਪ੍ਰਸ਼ਾਦਾ ਛਕਣ ਤੋਂ ਬਾਅਦ ਜਲ ਵਰਤ ਕੇ, ਚੁਲਾ ਕਰਕੇ, ਤੇ ਫਿਰ ਹੱਥ ਸੁੱਚੇ ਕਰਕੇ ਜਲ ਵਰਤ ਕੇ, ਫਿਰ ਜਿਹੜੀ ਸੂਖਮ ਜੀ ਅਰਦਾਸ ਕੀਤੀ ਜਾਂਦੀ ਹੈ,
ਉਂਝ ਤਾਂ ਬੈਠੇ ਹੀ ਕਰਦੇ ਹਨ ਪ੍ਰਸ਼ਾਦੇ ਦੀ ਅਰਦਾਸ, ਪਰ ਇੱਥੇ ਕਲਗੀਧਰ ਪਾਤਸ਼ਾਹ ਜੀ ਨੇ ਸਿੰਘ ਨੂੰ ਕਹਿ ਦਿੱਤਾ ਵੀ ਖੜੇ ਹੋ ਕੇ ਚੁਲਾ ਪੜ੍ਹ ਦਿਓ ਭਾ ਪ੍ਰਸ਼ਾਦੇ ਦੀ ਅਰਦਾਸ। ਉਹਦੇ ਵਿੱਚ ਇਹ ਹੁੰਦਾ ਵਾ ਮਹਾਰਾਜ ਸਾਹਿਬ ਜੀ ਦਾ ਨਾਮ ਲੈ ਕੇ ਗੁਰਬਾਣੀ ਦੀਆਂ 2 ਪੰਕਤੀਆਂ ਪੜ੍ਹ ਕੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਕਸਮ ਚੱਲੇ ਅਰਦਾਸ। ਕੋਈ ਵੀ ਐਸੀਆਂ ਪਿਆਰ ਦੇ ਨਾਲ ਪੰਕਤੀਆਂ ਆਪਾਂ ਪੜ੍ਹ ਸਕਦੇ ਹਾਂ ਤਾਂ ਪੜ੍ਹ ਕਰਕੇ ਇਸ ਭਾਵ ਨੂੰ ਪ੍ਰਗਟ ਕਰਨ ਵਾਲੀਆਂ ਤੇ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ, ਦਾਣਾ ਪਾਣੀ ਆਪ ਜੀ ਦਾ, ਕਹਿਲ ਭਾਵਨੀ ਸਿੱਖਾਂ ਸੇਵਕਾਂ ਦੀ, ਜੋ ਭੰਡਾਰਿਆਂ ਚੋਂ ਆਪ ਜੀ ਦੇ ਸਿੱਖਾਂ ਸੇਵਕਾਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕਿਆ, ਭੰਡਾਰੇ ਭਰਪੂਰ ਕਰੋ, ਕਾਲ ਕੰਟਕ ਦੂਰ ਕਰੋ, ਲੋਹ ਲੰਗਰ ਤਪਦੇ ਰਹਿਣ, ਸੰਗਤਾਂ ਛਕਦੀਆਂ ਰਹਿਣ, ਦਸਤਾਂ ਦਰਗਾਹੋਂ ਭੇਜਦੇ ਰਹੋ ਤੇ ਪੜਾ ਵਸਦੇ ਰਹਿਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਤਰ੍ਹਾਂ ਸੰਖੇਪ ਦੇ ਨਾਲ ਬੇਨਤੀ ਕੀਤੀ ਜਾਂਦੀ ਹੈ। ਉਹ ਸਿੰਘ ਨੇ ਖੜੇ ਹੋ ਕਰਕੇ ਚੁਲਾ ਪੜਿਆ ਹੈ। ਫਿਰ ਭਾਈ ਡੱਲੇ ਜੀ ਨੇ ਇੱਕ ਘੋੜਾ ਬਹੁਤਾ ਕੀਮਤੀ ਤੇ ਇੱਕ ਦੁਸ਼ਾਲਾ ਬਹੁਤਾ ਕੀਮਤੀ ਤੇ 100 ਰੁਪਈਆ ਚਾਂਦੀ ਦਾ ਉਸ ਕੀਮਤੀ ਦੁਸ਼ਾਲੇ ਦੇ ਉੱਤੇ ਰੱਖ ਕਰਕੇ ਕਲਗੀਧਰ ਪਾਤਸ਼ਾਹ ਜੀ ਨੂੰ ਇਹ ਭੇਟ ਅਰਪਣ ਕੀਤੀ। ਵਧੀਆ ਘੋੜਾ, ਕੀਮਤੀ ਦੁਸ਼ਾਲਾ ਤੇ 100 ਰੁਪਈਆ ਚਾਂਦੀ ਦਾ ਦੁਸ਼ਾਲੇ ਦੇ ਉੱਤੇ ਰੱਖਿਆ ਹੈ। ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਭੇਟ ਕਰਕੇ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਦਸ਼ਮੇਸ਼ ਪਾਤਸ਼ਾਹ ਜੀ ਦੀ ਖੁਸ਼ੀ ਲਈ ਹੈ ਤੇ ਮਨ ਵਿੱਚ ਆਨੰਦ ਪਾਇਆ ਹੈ। ਫਿਰ ਦੋਨਾਂ ਮਾਤਾਵਾਂ ਨੂੰ 3-3 ਵਸਤਰ ਦਿੱਤੇ ਹਨ। ਉਹ ਦੇਵਰ ਜਿਹੜੇ ਹਨ ਬਹੁਤੇ ਧਨ ਲੱਗ ਕਰਕੇ ਤਿਆਰ ਹੋਏ ਸੀ ਤੇ ਦੋਨਾਂ ਮਾਤਾਵਾਂ ਨੂੰ ਉਹਨਾਂ ਵਸਤਰਾਂ ਦੇ ਉੱਤੇ 50-50 ਚਾਂਦੀ ਦੇ ਰੁਪਈਏ ਰੱਖ ਕਰਕੇ ਭੇਟਾ ਕੀਤੇ ਤੇ ਸਾਰੇ ਹੀ ਜਿੰਨੇ ਗੁਰੂ ਕੇ ਸਿੰਘ ਹਨ ਉਹ ਸਾਰੇ ਭੋਜਨ ਪਾਣੀ ਛਕਣ ਤੋਂ ਬਾਅਦ, ਪਕਵਾਨ ਛਕਣ ਤੋਂ ਬਾਅਦ ਬਹੁਤ ਹੀ ਖੁਸ਼ ਹੋਏ। ਫਿਰ ਉੱਠ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਡੇਰੇ ਪਹੁੰਚੇ। ਸਾਰੇ ਜਿੰਨੇ ਗੁਰੂ ਕੇ ਸਿੰਘ ਆ ਪਿਆਰ ਵਾਲੇ ਤੇ ਜਿੰਨੇ ਬਰਾੜ ਸਿੱਖ ਹਨ, ਤਨਖਾਹਾਂ ਤੇ ਜਿਹੜੇ ਨੌਕਰ ਰਹਿ ਰਹੇ ਹਨ, ਉਹ ਸਾਰੇ ਹੀ ਮਹਾਰਾਜ ਸਾਹਿਬ ਜੀ ਦੇ ਨਾਲ ਉੱਥੇ ਪਹੁੰਚ ਗਏ ਜਿੱਥੇ ਬਾਹਰ ਪੜਾ ਲਾਇਆ ਸੀ ਕਿਲੇ ਤੋਂ ਬਾਹਰ। ਸਾਰੇ ਸਿੰਘਾਂ ਨੇ ਭਾਈ ਡੱਲੇ ਜੀ ਨੂੰ ਬਹੁਤ ਤਰ੍ਹਾਂ ਦੇ ਨਾਲ ਸਿਫਤ ਕੀਤੀ, ਇਹਨੂੰ ਸਲਾਹਿਆ। ਕਹਿੰਦੇ ਭਾਈ ਡੱਲੇ ਚੌਧਰੀ ਨੇ ਤੇ ਬੜੀ ਸੇਵਾ ਕੀਤੀ। ਉਂਝ ਤਾਂ ਉਹ ਜਿੱਦਣ ਦੇ ਇੱਥੇ ਆਏ ਆ ਉਦੋਂ ਦੀਆਂ ਹੀ ਰਸਤਾ ਹਾਜ਼ਰ ਕਰ ਰਿਹਾ ਹੈ ਸਭ ਪ੍ਰਕਾਰ ਨਾਲ। ਪਹਿਲਾਂ ਕਿਲੇ ਦੇ ਅੰਦਰ ਹੀ 5 ਦਿਨ ਇਹਨੇ ਲੰਗਰ ਤਿਆਰ ਕੀਤਾ, ਕਰਵਾਇਆ। ਫਿਰ ਬਾਹਰ ਲੰਗਰ ਦੇ ਤਿਆਰ ਹੋ ਰਹੀ ਹੈ, ਫਿਰ ਵੀ ਸਾਰੀ ਰਸਤ ਬਸਤ ਹਾਜ਼ਰ ਕਰ ਰਿਹਾ ਹੈ। ਤੇ ਅੱਜ ਵੇਖੋ ਫੇਰ ਭਾਵਨਾ ਦੇ ਨਾਲ ਘਰੇ ਗੁਰੂ ਸਾਹਿਬ ਨੂੰ ਬੁਲਾਇਆ, ਮਾਤਾਵਾਂ ਨੂੰ ਬੁਲਾਇਆ, ਆਪਾਂ ਸਾਰਿਆਂ ਨੂੰ ਬੁਲਾਇਆ ਤੇ ਕਿੰਨੀ ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਆ ਡੱਲੇ ਨੇ ਤੇ ਪੂਰੀਆਂ ਲੇੜਾ ਮਾਰ ਕੇ ਛਕੇ ਆ, ਪੂਰਾ ਰੱਜ ਪੁੱਜ ਕੇ। ਤੇ ਬੜੇ ਖੁਸ਼ੀ ਹੋਈ ਹੈ, ਕਹਿੰਦੇ ਜੀ ਬੜੀ ਸੇਵਾ ਕੀਤੀ ਹੈ ਭਾਈ ਡੱਲੇ ਨੇ। ਸਿੰਘ ਸਾਰੇ ਖੁਸ਼ ਹੋ ਗਏ, ਮਹਾਰਾਜ ਦੀ ਖੁਸ਼ੀ ਲਈ ਹੈ। ਵੇਖੋ ਡੱਲੇ ਨੇ ਸਿੰਘਾਂ ਦੀ ਖੁਸ਼ੀ ਲਈ ਹੈ। ਸੇਵਾ ਦੇ ਵਿੱਚੋਂ ਇਹ ਖੁਸ਼ੀ ਪ੍ਰਾਪਤ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵੜਾ, ਹਉਮੈ ਵਿੱਚੋਂ ਜਾਏ। ਤਾਂ ਸਾਰੇ ਸਿੰਘਾਂ ਨੇ ਡੱਲੇ ਦੀ ਬਹੁਤੀ ਸਿਫਤ ਸਲਾਹੁਤਾ ਕੀਤੀ ਹੈ ਕਿ ਭਾਈ ਡੱਲਾ ਜੀ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਉਤਸ਼ਾਹ ਰੱਖਦਾ ਹੈ। ਇਸ ਦੇ ਮਨ ਦੇ ਵਿੱਚ ਉਮਾਹਾ ਹੈ, ਉਤਸ਼ਾਹ ਹੈ। ਉਤਸ਼ਾਹ ਤੋਂ ਬਿਨਾਂ ਸੇਵਾ ਨਹੀਂ ਕਰ ਸਕਦਾ ਕੋਈ, ਭਾਵੇਂ ਦੌਲਤ ਕਿੰਨੀ ਮਰਜ਼ੀ ਹੋਵੇ ਘਰ ਦੇ ਵਿੱਚ। ਜੇ ਗੁਰੂ ਦਾ ਬਖਸ਼ਿਆ ਉਤਸ਼ਾਹ ਨਹੀਂ ਹੈ ਨਾ ਤੇ ਫਿਰ ਮਾਇਆ ਹੋਰ ਪਾਸੇ ਤਾਂ ਲਾ ਦੇਵੇਗਾ, ਗੁਰੂ ਕੀ ਸੇਵਾ ਵਿੱਚ ਨਹੀਂ ਲੱਗਦੀ। ਤੇ ਜੇ ਗੁਰੂ ਕੀ ਸੇਵਾ ਵਿੱਚ ਨਾ ਲੱਗੇ ਤੇ ਫਿਰ ਲਿਖਿਆ ਸਾਧੂ ਜਨਾਂ ਨੇ ਕਿ ਧਨ ਕੇ ਭਾਗੀ 4 ਹੈ।
ਫਿਰ 4 ਜਾਣੇ ਕਹਿੰਦੇ ਵੀ ਉਹ ਲੈ ਲੈਂਦੇ ਹਿੱਸਾ। ਜੇ ਇੱਧਰ ਨਾ ਹਿੱਸਾ ਕੱਢਿਆ ਜਾਵੇ, ਗੁਰੂ ਕੀ ਸੇਵਾ ਵਾਸਤੇ ਮਾਇਆ ਨਾ ਕੱਢੀ ਜਾਵੇ, ਦਸਵੰਧ ਨਾ ਕੱਢਿਆ ਜਾਵੇ, ਬਾਬੇ ਕਿਆਂ ਨੂੰ ਨਾ ਦਿੱਤਾ ਜਾਵੇ, ਫਿਰ ਬਾਬਰ ਕੇ ਲੈ ਜਾਂਦੇ, ਫਿਰ ਉਧਰਲੇ ਪਾਸੇ ਲੱਗ ਜਾਂਦੀ, ਜਾਂ ਲੜਾਈਆਂ ਝਗੜਿਆਂ ਤੇ ਲੱਗ ਜਾਂਦੀ ਹੈ, ਜਾਂ ਡਾਕਟਰਾਂ ਕੋਲੇ ਲੱਗ ਜਾਂਦੀ ਹੈ, ਜਾਂ ਹੋਰ ਪਾਸੇ ਲੱਗ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਧਰਮ ਦੀ ਕਿਰਤ ਕਰਨੀ ਆ, ਤੇ ਕਿਰਤ ਧਰਮ ਦੀ ਜਿਹੜੀ ਉਹਦੇ ਵਿੱਚੋਂ ਫਿਰ ਵੰਡ ਕੇ ਛਕਣਾ, ਉਹ ਫਿਰ ਲੋੜਵੰਦਾਂ ਦੀ ਸੇਵਾ ਵਿੱਚ ਲਾਇਆ ਜਾਵੇ, ਗੁਰੂ ਕੀ ਸੇਵਾ ਦੇ ਵਿੱਚ ਮਾਇਆ ਲਾਈ ਜਾਵੇ, ਤੇ ਦਸਵੰਧ ਕੱਢ ਕੇ ਗੁਰੂ ਕੇ ਭੇਟ ਕੀਤਾ ਜਾਵੇ। ਤੇ ਇਸੇ ਤਰ੍ਹਾਂ ਘਰ ਦੇ ਵਿੱਚ ਵੀ ਗੁਰਸਿੱਖਾਂ ਨੂੰ ਬੁਲਾਇਆ ਜਾਵੇ, ਗੁਰਬਾਣੀ ਦਾ ਓਟ ਆਸਰਾ ਲਿਆ ਜਾਵੇ, ਤੇ ਸੰਗਤ ਨੂੰ ਵੀ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ, ਤੇ ਫਿਰ ਇਹ ਮਾਇਆ ਪਵਿੱਤਰ ਹੁੰਦੀ ਹੈ, ਫਿਰ ਕਿਰਤ ਕਮਾਈ ਸਫਲੀ ਹੁੰਦੀ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਬੇਅੰਤ ਐਸੇ ਬਚਨ ਕਹੇ ਹਨ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਖਿਆ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏਗਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਪੁਰਖੇ, ਦਸ ਅਮੇਧ ਜਗ ਫਲ ਸਿੱਖ ਕੋ ਜਿਵਾਏਗਾ। ਜੇ ਕੋਈ ਭਾਵਨਾ ਨਾਲ ਸਿੱਖ ਨੂੰ ਜਾਲੀ ਛਕਾ ਦੇਵੇ ਤੇ ਉਹਦਾ ਵੀ ਵੱਡਾ ਭਾਰੀ ਪੁੰਨ ਫਲ ਪ੍ਰਾਪਤ ਹੋ ਜਾਂਦਾ। ਜੇ ਕੋਈ ਸਿੱਖ ਨੂੰ ਪ੍ਰਸ਼ਾਦਾ ਪਾਣੀ ਛਕਾਵੇ, ਉਹਨੇ ਜਾਣੋ ਸਮੇਧ ਜਗ ਲਾ ਦਿੱਤਾ, ਅਸਮੇਧ ਜਗ ਦੀ ਉਹਨੂੰ ਬਰਕਤ ਮਿਲ ਜਾਂਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਤੇ ਸਿੰਘ ਸਾਰੇ ਖੁਸ਼ ਹੋਏ ਆ। ਕਹਿੰਦੇ ਆ ਵੀ ਡੱਲੇ ਨੇ ਬਹੁਤੀ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ, ਤੇ ਇਹ ਗੁਰੂ ਕੀ ਸੇਵਾ ਕਰਨ ਦੇ ਵਿੱਚ ਉਤਸ਼ਾਹ ਰੱਖਦਾ, ਪ੍ਰੇਮ ਰੱਖਦਾ ਹੈ। ਇਸ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਰਮੇਸ਼ਰ ਰੂਪ ਸਤਿਗੁਰੂ ਜੀ ਇੱਥੇ ਵਸੇ ਹੋਏ ਹਨ। ਸਾਬੋ ਕੀ ਤਲਵੰਡੀ ਪੜਾਓ ਕੀਤਾ ਹੈ। ਹੁਣ ਇੱਥੇ ਮਹਾਰਾਜ ਸਾਹਿਬ ਜੀ ਨੇ ਵੀ ਜੰਗ ਯੁੱਧ ਦਾ ਜਿਹੜਾ ਖਿਆਲ ਉਹ ਛੱਡ ਦਿੱਤਾ ਹੈ, ਲੜਨ ਦਾ, ਹੰਗਾਮਾ ਜਿਹੜਾ ਕਰਨ ਦਾ, ਭਾਵ ਵੀ ਲੜਾਈ ਜੰਗ ਯੁੱਧ ਜਿਹੜਾ ਹੈ ਉਹ ਤਿਆਗ ਦਿੱਤਾ ਹੈ। ਜਿਹੜਾ ਕਮਰ ਕੱਸਾ ਕੀਤਾ ਹੋਇਆ ਸੀ ਨਾ ਜੰਗ ਕਰਨ ਦਾ, ਹੁਣ ਇੱਥੇ ਜੰਗ ਦਾ ਕਮਰ ਕੱਸਾ ਖੋਲਿਆ ਹੈ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਸਭ ਪ੍ਰਕਾਰ ਦੇ ਨਾਲ ਇੱਥੇ ਸੁੱਖ ਪ੍ਰਾਪਤ ਕਰ ਰਹੇ। ਮਹਾਰਾਜ ਤੇ ਸਦਾ ਸੁੱਖ ਦੇ ਵਿੱਚ ਹੀ ਰਹਿੰਦੇ ਹਨ। ਸਤਿਗੁਰੂ ਸਾਹਿਬ ਤਾਂ ਸਤਿਗੁਰਾਂ ਦੇ ਤੇ ਵਾਸਾ ਹੀ ਸੁੱਖ ਵਿੱਚ ਹੈ। ਸਤਿਗੁਰੂ ਤੇ ਸੁੱਖਾਂ ਦੇ ਦਾਤੇ ਆ, ਜਿੱਥੇ ਬੈਠ ਜਾਣ ਉੱਥੇ ਸੁੱਖ ਵਰਤਾਉਂਦੇ ਆ। ਇਸ ਕਰਕੇ ਸਤਿਗੁਰਾਂ ਨੂੰ ਆਖਿਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਸਤਿਗੁਰੂ ਸੁੱਖਾਂ ਦੇ ਦਾਤੇ ਆ, ਤੇ ਸੁੱਖਾਂ ਦੇ ਸਹਿਤ ਮਹਾਰਾਜ ਸਾਹਿਬ ਜੀ ਇੱਥੇ ਟਿਕੇ ਹੋਏ ਹਨ। ਗਰੀਬ ਨਵਾਜ ਸਾਹਿਬ ਜੀ ਨੇ ਇਸ ਸਥਾਨ ਦਾ ਨਾਮ ਆਪ ਫਿਰ ਦਮਦਮਾ ਰੱਖਿਆ। ਦਮਦਮਾ ਕਿਉਂਕਿ ਇੱਥੇ ਮਹਾਰਾਜ ਸਾਹਿਬ ਜੀ ਨੇ ਆ ਕਰਕੇ ਜੰਗ ਯੁੱਧ ਦਾ ਕਮਰ ਕੱਸਾ ਖੋਲਿਆ ਤੇ ਦਮ ਲਿਆ ਵੀ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਆ ਸਤਿਗੁਰੂ ਜੀ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਸਥਾਨ ਦਾ ਨਾਮ ਸਾਬੋ ਕੀ ਤਲਵੰਡੀ ਦਾ ਦਮਦਮਾ ਸਾਹਿਬ ਰੱਖਿਆ। ਇੱਥੇ ਹੁਣ ਨਿਚਿੰਤ ਹੋ ਕਰਕੇ ਮਹਾਰਾਜ ਤੇ ਸਦਾ ਨਿਚਿੰਤ ਹੀ ਰਹਿੰਦੇ ਆ। ਕਵੀ ਜੀ ਦਾ ਭਾਵ ਇਹ ਹੈ ਵੀ ਹੁਣ ਆ ਵਜੀਦਾ ਫੌਜ ਲੈ ਕੇ ਆਇਆ ਸੀ ਨਾ ਖਦਰਾਣੇ ਦੀ ਢਾਬ ਤੇ ਉਸ ਵੇਲੇ ਆਪਣੇ ਭਰਾ ਭਾਣਜੇ ਭਤੀਜੇ ਆਦਿਕ ਮਰਵਾ ਕਰਕੇ, ਬਹੁਤੀ ਫੌਜ ਮਰਵਾ ਕਰਕੇ, ਤੇ ਫਿਰ ਜਿੰਨੇ ਕੁ ਬਚੇ ਸੀ ਉਹਨਾਂ ਨੂੰ ਲੈ ਕੇ ਪਿਛਾਂਹ ਦੌੜ ਗਿਆ ਸੀ। ਬੜੀ ਕਰਾਰੀ ਹਾਰ ਹੋਈ ਸੀ ਖਦਰਾਣੇ ਦੀ ਢਾਬ ਤੇ, ਜਿੱਥੇ ਮਹਾਰਾਜ ਨੇ ਖਦਰਾਣੇ ਦੀ ਢਾਬ ਨੂੰ ਫਿਰ ਸ੍ਰੀ ਮੁਕਤਸਰ ਸਾਹਿਬ ਬਣਾ ਦਿੱਤਾ। ਉਹਦੇ ਤੋਂ ਬਾਅਦ ਹੁਣ ਕੋਈ ਫੌਜ ਦਾ ਹੀਆ ਨਹੀਂ ਪਿਆ ਮਹਾਰਾਜ ਤੇ ਚੜ੍ਹ ਕੇ ਆਉਣ ਵਾਸਤੇ। ਇਸ ਕਰਕੇ ਉਹ ਫੌਜ ਵੱਲੋਂ ਨਿਚਿੰਤ ਹੋਏ ਹਨ ਤੇ ਦੁਸ਼ਮਣਾਂ ਦਾ ਬਲ ਹਾਰ ਗਿਆ ਹੈ। ਸਭ ਦੇਸ਼ ਤੇ ਵਿਦੇਸ਼ ਦੇ ਵਿੱਚ ਖਬਰ ਫੈਲ ਗਈ ਹੈ। ਹੁਣ ਹਰ ਰੋਜ਼ ਹੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਸੰਗਤ ਆਉਣ ਲੱਗੀ ਹੈ। ਗੁਰੂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਆਉਣ ਲੱਗੀਆਂ। ਸੰਗਤਾਂ ਪਾਸੇ ਖਬਰ ਪਹੁੰਚ ਗਈ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਫੌਜ ਦੇ ਸਮੇਤ ਸਾਬੋ ਕੀ ਤਲਵੰਡੀ ਠਹਿਰੇ ਹੋਏ ਆ।
फिर इत्थे ही महाराज साहब जी ने साध संगत जी सारी बाणी कंठों उचारण की ते सारी बाणी के अर्थ पढ़ाए। वो बेनतियां आपां कल दे दीवान दे विच सांझियां कीतियां जाणगियां। और गरीब नवाज साहब जी ने उच्चे थां ते अपना निवास रखिया सी। इत्थे महाराज नावे पातशाह जी भी पहुंचे आ साध संगत जी साबो की तलवंडी। जदों गुरु साहब जी इत्थे गए सी महाराज साहब ने नीवें जे थां ते अपना निवास रखिया सी। नगर वालियां ने आके बेनती की सी महाराज आप जी वड्डे हो उच्चे हो ते आप जी ने नीवें जे थां ते आके पड़ा कीता है। सतगुरु कहंदे असीं तां नीवें थां ते बैठांगे, उच्चे थां ते बैठण वाला भी आ जाएगा इत्थे आवेगा इत्थे उच्चे थां ते बैठण वाला उच्चे थां ते आके बवेगा ते फिर इत्थे लम्मा समा रह करके बेअंत कौतक करनगे। फिर इत्थे महाराज उच्चे थां ते बैठण वाले धन गुरु गोबिंद सिंह जी जिथे गरीब नवाज ने आ करके अपनी कंठों बाणी उचारण की ना, जिथे गुरु साहब जी का तंबू लगा सी वो उच्चे थां दे उत्ते महाराज का दमदमा उच्चा टिब्बा सी। उस उच्चे टिब्बे के उत्ते गुरु साहब जी का आसन लाया सी ते महापुरखा ने दसिया टकसाल वाले महापुरखा ने कि 1976 तक वो थां उच्चा ही सी जिथे महाराज का तंबू लगा सी। बाद विच कहिंदे कि कार सेवा होई ते वो जिहड़ा टिब्बा सी ना ਉਹਨੂੰ ਵਿੱਚੋਂ ਕੱਢ ਦਿੱਤਾ ਗਿਆ, ਉਹਦੇ ਥਾਂ ਤੇ ਕਮਰਾ ਬਣਾ ਦਿੱਤਾ ਗਿਆ। ਉੱਤੇ ਸੱਚਖੰਡ ਤੇ ਥੱਲੇ ਕਮਰਾ ਬਣਾ ਕੇ ਤੇ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ ਗਿਆ। ਪਹਿਲਾਂ ਉੱਤੇ ਹੀ ਪ੍ਰਕਾਸ਼ ਸੀ, ਇੱਕ ਪਾਸਿਓਂ ਪੌੜੀਆਂ ਚੜ੍ਹਦੀਆਂ ਸੀ, ਦੂਜੇ ਪਾਸੇ ਉਤਰਦੀਆਂ ਸੀ, ਸੰਗਤਾਂ ਚੜ੍ਹ ਕੇ ਉਤਰਦੀਆਂ ਸੀ। ਫਿਰ ਕਈਆਂ ਨੇ ਆਪਣੇ ਖਿਆਲ ਦੇ ਮੁਤਾਬਕ ਇਹ ਸੰਗਤ ਨੂੰ ਉੱਤੇ ਚੜ੍ਹਨ ਤੇ ਕਹਿੰਦੇ ਵੀ ਤਕਲੀਫ ਹੁੰਦੀ ਹੈ, ਪਰ ਉਹਨਾਂ ਮਹਾਂਪੁਰਖਾਂ ਨੇ ਤਾਂ ਇਹ ਦਿੱਤਾ, ਕਹਿੰਦੇ ਕਿ ਚੰਡੀਗੜ੍ਹ ਤੇ ਮੋਹਾਲੀ ਤੇ 18 ਮੰਜ਼ਲੀ ਤੇ ਲੋਕ ਚੜ੍ਹ ਜਾਂਦੇ ਆ, ਇੱਥੇ 10-20 ਫੁੱਟ ਤੇ ਉੱਤੇ ਚੜ੍ਹਨ ਤੇ ਤਕਲੀਫ ਹੁੰਦੀ ਸੀ। ਤੇ ਇਸ ਕਰਕੇ ਫਿਰ ਉਹ ਵਿੱਚੋਂ ਕੱਢ ਦਿੱਤਾ ਗਿਆ। ਉਂਝ ਜਿੰਨੇ ਵੀ ਪੁਰਾਣੇ ਅਸਥਾਨ ਆ, ਪੁਰਾਣੇ ਗੁਰੂ ਸਾਹਿਬ ਦੇ ਇਤਿਹਾਸਕ ਦਰਖਤ ਵਾ, ਪੁਰਾਣਾ ਕੋਈ ਟਿੱਬਾ ਹੈ, ਕੋਈ ਜਿਸ ਤਰ੍ਹਾਂ ਦੀ ਵੀ ਇਮਾਰਤ ਹੈ, ਉਹਦੇ ਆਲੇ ਦੁਆਲੇ ਹੋਰ ਜਿੱਥੇ ਮਰਜ਼ੀ ਕੁਝ ਬਣਾ ਲੈਣਾ ਚਾਹੀਦਾ, ਪਰ ਪੁਰਾਤਨਤਾ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ। ਜਿੱਥੇ ਜਿੱਥੇ ਮਹਾਰਾਜ ਨੇ ਜੋ ਕੌਤਕ ਕੀਤਾ, ਪੁਰਾਣੀ ਕੋਈ ਵੀ ਚੀਜ਼ ਉਹ ਢਾਉਣੀ ਨਹੀਂ ਚਾਹੀਦੀ, ਉਹਨੂੰ ਕਾਇਮ ਰੱਖਣਾ ਚਾਹੀਦਾ ਹੈ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਸਾਧ ਸੰਗਤ ਜੀ ਰਹਿ ਕੇ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ। ਉਹ ਬੇਨਤੀਆਂ ਕੱਲ ਨੂੰ ਸਾਂਝੀਆਂ ਕੀਤੀਆਂ ਜਾਣਗੀਆਂ। ਔਰ 1 ਮਿੰਟ ਵਾਸਤੇ ਆਪਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ। ਆਪਾਂ ਸਾਰੇ ਜਾਣਦੇ ਹਾਂ ਜੋ ਯੂਕਰੇਨ ਦੇਸ਼ ਦੇ ਵਿੱਚ ਜੰਗ ਲੱਗਾ ਹੋਇਆ ਹੈ, ਰੂਸ ਨੇ ਹਮਲਾ ਕੀਤਾ ਹੋਇਆ ਹੈ, ਤੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਉੱਥੇ ਫਸੇ ਹੋਏ ਹਨ, ਔਰ ਆਪਣੇ ਇਸ ਇਲਾਕੇ ਦੇ ਕਈ ਵਿਦਿਆਰਥੀ ਵੀ ਉੱਥੇ ਫਸੇ ਹੋਏ ਹਨ। ਇਹ ਸੁਲਤਾਨਪੁਰ ਇਲਾਕੇ ਦੀਆਂ ਕਈ ਬੱਚੀਆਂ ਤੇ ਬਹੁਤ ਕੁਝ। ਜਦੋਂ ਜੰਗ ਹੁੰਦਾ ਹੈ ਫਿਰ ਮਰਨਾ ਮਰਾਉਣਾ ਹੀ ਹੁੰਦਾ ਜੰਗ ਦੇ ਵਿੱਚ। ਤਾਂ ਜਿਸ ਵੇਲੇ ਐਸਾ ਸਮਾਂ ਆਉਂਦਾ ਹੈ ਤਾਂ ਵਾਹਿਗੁਰੂ ਦੇ ਭਾਣੇ ਵਿੱਚ ਹੀ, ਪਰ ਅਰਦਾਸ ਕਰਨਾ ਵੀ ਸਾਡਾ ਫਰਜ਼ ਹੈ ਤੇ ਨਾਮ ਜਪ ਕਰਕੇ ਗੁਰੂ ਕੇ ਚਰਨਾਂ ਦਾ ਓਟ ਆਸਰਾ ਲੈਣਾ ਵੀ ਸਾਡਾ ਫਰਜ਼ ਹੈ। ਜਦੋਂ ਏਮਨਾਬਾਦ ਤੇ ਹਮਲਾ ਹੋਇਆ ਸੀ ਹੈ ਤਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸੀ। ਮਹਾਰਾਜ ਨੇ ਪਹਿਲਾਂ ਦੱਸ ਦਿੱਤਾ ਸੀ ਵੀ ਆ ਰਿਹਾ ਬਾਬਰ ਤੇ ਹਮਲਾ ਹੋਵੇਗਾ, ਪਰ ਬਾਅਦ ਵਿੱਚ ਇਹ ਵੀ ਆਖਿਆ ਸੀ ਇਹਦੀ ਮਾਰ ਪਈ ਕਰ ਲਾਵੇਂ ਤੈਂ ਕੀ ਦਰਦ ਨਾ ਆਇਆ। ਗੁਰੂ ਘਰ ਦਾ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਾਵੇਂ ਉੱਥੇ ਖਾਲਸਾ ਏਡ ਵਾਲੇ ਹੋਰ ਗੁਰਸਿੱਖ ਪਹੁੰਚੇ ਹੋਏ ਆ ਤੇ ਗੁਰੂ ਦਾ ਜਿਹੜਾ ਲੰਗਰ ਦਾ ਸਿਧਾਂਤ, ਉੱਥੇ ਲੰਗਰ ਗੁਰੂ ਕੇ ਸਿੱਖਾਂ ਨੇ ਚਲਾਇਆ ਉਸ ਦੇਸ਼ ਦੇ ਵਿੱਚ। ਤਾਂ ਸਰਬੱਤ ਦੇ ਭਲੇ ਵਾਸਤੇ ਤੇ ਉੱਥੇ ਫਸੇ ਹੋਏ ਲੋਕਾਂ ਦੀ ਸਹਾਇਤਾ ਵਾਸਤੇ ਜੋ ਗੁਰੂ ਘਰ ਦਾ ਸਿਧਾਂਤ ਹੈ, ਉਹਦੇ ਸੰਬੰਧ ਵਿੱਚ ਆਪਾਂ 1 ਮਿੰਟ ਵਾਸਤੇ ਵਾਹਿਗੁਰੂ ਦਾ ਗੁਰਮੰਤਰ ਦਾ ਜਾਪ ਕਰੀਏ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ, ਸਹਾਇਤਾ ਕਰੋ, ਰੱਖਿਆ ਕਰੋ। ਵਾਹਿਗੁਰੂ 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 ਵਾਹਿਗੁਰੂ
ਕਿਰਪਾ ਕਰਨ ਗਰੀਬ ਨਿਵਾਜ ਸੱਚੇ ਪਾਤਸ਼ਾਹ। हे गोविंद हे गोपाल हे दयाल लाल, प्राणनाथ अनाथ सखे दीन दर्द, हे समरथ अगम पूरन मोहे मैया धार, अंधकूप महाभयान नानक पारे उतार, आए प्रभ शरणागति कृपा निध दयाल, एक अक्षर हर मन बसत नानक होत, कथा निता प्रत होत है सुनहो सिंह सुजान, नानक गुर गोबिंद सिंह जी सदा करे। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।